ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਧਿਆ ਭਈ ਭਪੀਖਨਾ, ਬੋਲਤ ਬ੍ਰਿੰਦ ਗੁਮਾਏ। ਪੰਚ ਬੀਰ ਗੁਰ ਤੀਰ ਤਬ, ਤਿਨ ਕਵ ਨਾਮ ਸੁਨਾਏ। ਸੰਧਿਆ ਭਈ ਭਪੀਖਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਦਇਆ ਸਦਕਾ ਪਵਿੱਤਰ ਸਤ ਸੰਗਤ ਦਾ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ, ਚਮਕੌਰ ਸਾਹਿਬ ਜੀ ਦਾ ਸ਼ਹੀਦੀ ਸਾਕਾ, ਜੋ ਆਪਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਅੱਜ ਦੇਸ਼ ਦੇ ਅੰਦਰ 24 ਦਸੰਬਰ ਹੈ। ਸਿੱਖ ਪੰਥ ਦੀ ਮਾਇਆ ਨਾਜ ਹਸਤੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ, ਅੱਜ ਉਹਨਾਂ ਦੀ ਬਰਸੀ ਦਾ ਦਿਨ ਹੈ। ਬਹੁਤ ਸ਼ਰਧਾ ਪਿਆਰ ਨਾਲ ਜਿੱਥੇ ਜਿੱਥੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਸੰਗਤਾਂ ਸ਼ਰਧਾ ਪਿਆਰ ਨਾਲ ਉਹਨਾਂ ਦੀ ਮਿੱਠੀ ਪਵਿੱਤਰ ਯਾਦ ਅੱਜ ਦੇ ਦਿਨ ਮਨਾਉਂਦੇ ਹੈ। ਉਦੋਂ ਇਹ ਸ਼ਹੀਦੀ ਜੋੜ ਮੇਲੇ ਹੀ ਚੱਲ ਰਹੇ ਸਨ, ਜਦੋਂ ਮਹਾਂਪੁਰਖਾਂ ਨੇ ਸੱਚਖੰਡ ਗਮਨ ਕੀਤਾ ਸੀ। ਉਹਨਾਂ ਦਾ ਜੀਵਨ ਭਜਨ ਦੀ ਮੂਰਤ, ਸੇਵਾ ਦਾ ਸਵਰੂਪ, ਐਸਾ ਉਹਨਾਂ ਨੇ ਪਵਿੱਤਰ ਜੀਵਨ ਜੀਵਿਆ। ਬਹੁਤ ਉਹਨਾਂ ਦੇ ਜੀਵਨ ਦੇ ਅੰਦਰ ਕੀਤੇ ਹੋਏ ਪਰਉਪਕਾਰ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਇਹੋ ਜਿਹੀ ਪ੍ਰੀਤ ਸੀ, ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਅੰਦਰ ਦਰਸਾਈ ਹੈ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ, ਇਸ ਤਰ੍ਹਾਂ ਉਹਨਾਂ ਨੂੰ ਇਹੋ ਜਿਹਾ ਬਾਣੀ ਦਾ ਪਿਆਰ ਸੀ। ਮਨ ਸਦਾ ਭਜਨ ਦੇ ਜਲ ਵਿੱਚ ਮੱਛਦੀ ਨਿਆਈ ਸਦਾ ਹੀ ਆਨੰਦ ਮਾਣਦਾ। ਕਦੇ ਬਾਣੀ ਨੂੰ, ਨਾਮ ਨੂੰ ਆਪਣੇ ਚਿੱਤ ਤੋਂ, ਆਪਣੇ ਸਰੀਰ ਤੋਂ, ਮਨ ਤੋਂ, ਬਾਣੀ ਤੋਂ ਕਦੇ ਵਿਸਾਰਦੇ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬੇਅੰਤ ਬਖਸ਼ਿਸ਼ ਉਹਨਾਂ ਦੇ ਨੇਤਰਾਂ 'ਤੇ ਹੀ ਵਰਦੀ ਸੀ। ਰਸਨਾ ਤੋਂ ਕਿਹਾ ਹੋਇਆ ਬਚਨ ਕਦੇ ਖਾਲੀ ਨਹੀਂ ਸੀ ਜਾਂਦਾ। ਬਹੁਤ ਬਰਕਤਾਂ, 4 ਪਦਾਰਥ ਹੀ ਉਹਨਾਂ ਦੇ ਆਲੇ ਦੁਆਲੇ ਸਦਾ ਵਰਤਦੇ ਸਨ। ਸੰਸਾਰ ਭਰ ਵਿੱਚ ਵਿਚਰ ਕਰਕੇ ਵਿਖੜੇ ਸਮੇਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਇਮਾਰਤ ਦੀ ਜੂਨ 1984 ਤੋਂ ਬਾਅਦ ਬਹੁਤ ਭਾਰੀ ਸੇਵਾ ਆਪ ਜੀ ਨੇ ਕਰਵਾਈ। ਬੇਅੰਤ ਸੇਵਾਵਾਂ, ਜਿਨ੍ਹਾਂ ਦਾ ਨਾਮ ਨਹੀਂ ਗਿਣਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਹੁਤ ਬਖਸ਼ਿਸ਼ ਰਹਿਮਤ, ਸਿੰਘਾਂ ਨਾਲ ਬਹੁਤ ਭਾਰੀ ਪਿਆਰ ਕਰਦੇ। ਜਿਵੇਂ ਜਥੇ ਸੰਗਤ ਦੇ ਸਿੰਘਾਂ ਵਿੱਚ ਇਹ ਕਿਹਾ ਜਾਂਦਾ ਸੀ, ਕਿਉਂਕਿ ਮਹਾਂਪੁਰਖਾਂ ਨੇ ਇਹ ਸ਼ਬਦ ਕਹੇ ਸਨ ਕਿ ਜਿਵੇਂ ਆਪ ਜੀ ਜਥੇ ਦੀ ਮਾਂ ਦੀ ਤਰ੍ਹਾਂ ਜਥੇ ਦੇ ਸਿੰਘਾਂ ਦੀ ਸੰਭਾਲ ਕਰਦੇ, ਬਹੁਤ ਸਿੰਘਾਂ ਨਾਲ ਪਿਆਰ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਗੁਰਸਿੱਖੀ ਨੂੰ ਜਿੱਥੇ ਆਪ ਪਿਆਰ ਸ਼ਰਧਾ ਨਾਲ ਆਪਣੇ ਰੋਮ ਰੋਮ ਕਰਕੇ ਕਮਾਇਆ, ਉੱਥੇ ਸਤਿਗੁਰਾਂ ਜੀ ਦੀ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ। ਸੱਚੇ ਪਾਤਸ਼ਾਹ ਜੀ ਨੇ
ਐਸੇ ਮਹਾਨ ਮਹਾਂਪੁਰਖਾਂ ਦੇ ਵਾਸਤੇ ਹੀ ਸ਼ਬਦ ਕਹੇ ਹੈ ਕਿ ਸੰਤਹਿ ਚਰਨ ਮਾਥਾ ਮੇਰੋ ਪਾਉਤ, ਅਨਕ ਬਾਰ ਸੰਤਹਿ ਡੰਡਾਉਤ। ਐਸੇ ਮਹਾਂਪੁਰਸ਼ਾਂ ਨੂੰ ਚਰਨਾਂ 'ਤੇ ਬੰਦਨਾ ਹੈ, ਨਮਸਕਾਰ ਹੈ। ਅੱਜ ਦੇ ਦਿਨ ਮਹਾਂਪੁਰਖਾਂ ਨੇ ਸੱਚਖੰਡ ਨੂੰ ਚਾਲਾ ਮਾਰਿਆ ਸੀ। ਭਾਵੇਂ ਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਸਨ, ਫਿਰ ਵੀ ਆਪ ਦਾ ਸੱਚਖੰਡ ਜਾਣਾ ਸੁਣ ਕਰਕੇ ਬਹੁਤ ਭਾਰੀ ਪੰਥ ਦਾ ਇਕੱਠ ਹੋਇਆ ਸੀ ਅਤੇ ਆਪ ਜੀ ਦੇ ਅਗਲੇ ਦਿਨ ਅੰਤਮ ਸੰਸਕਾਰ ਦੀ ਜਿਹੜੀ ਕਿਰਿਆ ਸੀ ਪਾਵਨਦੇਹੀ ਦੀ, ਉਹ ਕੀਤੀ ਗਈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਹੁਤ ਕਿਰਪਾ ਆਪ ਨੇ ਸੰਗਤਾਂ ਦੇ ਅੰਦਰ ਵਰਤਾਈ। ਕਹੇ ਹੋਏ ਬਚਨ ਉਹਨਾਂ ਦੇ ਸਫਲੇ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਬਖਸ਼ਿਸ਼ ਤੇ ਰਹਿਮਤ ਜਿਹੜੀ ਸੀ ਉਹਨਾਂ ਦੇ ਅੰਦਰ ਧਰੀ। ਅੱਜ ਉਹਨਾਂ ਦੀ ਮਿੱਠੀ ਯਾਦ ਵਿੱਚ ਬਰਸੀ ਦਾ ਦਿਨ ਹੋਣ ਕਰਕੇ ਚੰਦ ਸ਼ਬਦ ਉਹਨਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਕਹੇ ਹੈ, ਕਿਉਂਕਿ ਭਾਰੀ ਪੁਰਖਾਂ ਦਾ ਜੀਵਨ ਵੀ ਜਿਹੜਾ ਨਾ ਉਹ ਕਥਨ ਤੋਂ ਪਰੇ ਹੁੰਦਾ ਹੈ, ਜਿਸ ਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੇ ਮਹਾਨ ਮਹਾਂਪੁਰਖਾਂ ਬਾਰੇ ਕਿਹਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਕੋਟੀ ਕੋਟੀ ਨਮਸਕਾਰ ਹੈ। ਸ਼ਹੀਦਾਂ ਦੇ ਇਤਿਹਾਸ ਦਾ ਆਪ ਜੀ ਇਹ ਪੰਨਾ ਫਰੋਲ ਰਹੇ ਹੋ। ਬਹੁਤ ਲਹੂ ਭਰਿਆ ਇਤਿਹਾਸ ਹੈ, ਕੁਰਬਾਨੀਆਂ ਭਰਿਆ ਇਤਿਹਾਸ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ। ਆਪਾਂ ਜਿਵੇਂ ਕੱਲ੍ਹ ਜਿੱਥੋਂ ਤੱਕ ਸਰਵਣ ਕੀਤਾ ਸੀ, ਉੱਥੋਂ ਆਪਾਂ ਲੜੀ ਆਰੰਭ ਕਰਦੇ ਹਾਂ। ਚਮਕੌਰ ਸਾਹਿਬ ਜੀ ਦੇ ਯੁੱਧ ਦਾ ਵਿਸਥਾਰ ਕਵਿਰਾਜ ਜੀ ਨੇ ਬਹੁਤ ਲਿਖਿਆ ਏ। ਆਪਾਂ ਸੰਖੇਪ ਰੂਪ ਵਿੱਚ ਅੱਜ ਸਰਵਣ ਕਰਾਂਗੇ, ਕਿਉਂਕਿ ਜਿਹੜੇ ਦਿਹਾੜੇ ਚੱਲਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ 8 ਪੋਹ ਦੀ ਰਾਤ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੀ ਗੜੀ ਨੂੰ ਜਿਵੇਂ ਸਿੰਘਾਂ ਦੀ ਬੇਨਤੀ ਮੰਨ ਕੇ ਮਹਾਰਾਜ ਛੱਡਿਆ। ਜਿਵੇਂ ਭਾਈ ਸੰਗਤ ਸਿੰਘ ਸਾਹਿਬ ਜੀ ਸ਼ਹੀਦ ਹੋਏ, ਸੱਚੇ ਪਾਤਸ਼ਾਹ ਜੀ ਨੇ ਜਿਵੇਂ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ, ਉਹ ਸਾਰਾ ਹੀ ਇਤਿਹਾਸ ਆਪਾਂ ਥੋੜ੍ਹਾ ਥੋੜ੍ਹਾ ਜਿਹੜਾ ਹੈ ਉਹ ਸਰਵਣ ਕਰਾਂਗੇ। ਆਈਏ ਚਮਕੌਰ ਸਾਹਿਬ ਦੇ ਅੰਦਰ ਚੱਲੀਏ। ਰਾਤ ਦਾ ਜੋ ਸਾਰਾ ਹੀ ਦ੍ਰਿਸ਼ ਹੈ ਉਹ ਅੱਲਾ ਯਾਰ ਖਾਂ ਜੋਗੀ ਨੇ ਜਿਵੇਂ ਬਿਆਨ ਕੀਤਾ, ਉਹ ਆਪ ਜੀ ਨੇ ਸਰਵਣ ਕੀਤਾ। ਭੋਰ ਦੇ ਵਕਤ ਸਿੰਘ ਆਪੋ ਆਪਣੀ ਜਿਹੜੀ ਹੈ ਨਿਯਮ ਮੁਤਾਬਕ ਬਾਣੀ ਦਾ ਨਿਤਨੇਮ ਕਰਨ ਲੱਗੇ ਹੈ। ਹਜ਼ੂਰ ਵੀ ਵਿਛੇ ਹੋਏ ਆਸਣਾਂ 'ਤੇ ਮਹਾਰਾਜ ਚੌਂਕੜਾ ਲਾ ਕੇ ਧਿਆਨ ਅਸਥਿਤ ਹੋਏ। ਜਦੋਂ ਚਮਕੌਰ ਸਾਹਿਬ ਦੀ ਫਿਜ਼ਾ ਦੇ ਅੰਦਰ ਭੋਰ ਦਾ ਉਜਾਲਾ ਹੋ ਰਿਹਾ ਸੀਗਾ, ਕਿਉਂਕਿ ਇਸ ਭੋਰ ਨੂੰ ਦੁਸ਼ਮਣ ਬੜੀ ਬੇਸਬਰੀ ਨਾਲ ਚਾਨਣ ਨੂੰ ਉਡੀਕ ਰਹੇ ਸੀ ਕਿ ਚਾਨਣ ਹੁੰਦਿਆਂ ਸਾਰ ਹੀ ਗੁਰੂ ਸਾਹਿਬ ਦੇ ਉੱਪਰ ਹਮਲਾ ਬੋਲਿਆ ਜਾਵੇ, ਗੁਰੂ ਸਾਹਿਬ ਨੂੰ ਪਕੜਿਆ ਜਾਵੇ। ਇਸ ਤਰ੍ਹਾਂ ਦੀਆਂ ਇੱਛਾ ਧਾਰੀ ਬੈਠੇ ਸਨ। ਅਤੇ ਇਹ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਭੋਰ ਦਾ ਸਮਾਂ ਹੋਇਆ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹਥਿਆਰ ਸਿੱਟਣ ਵਾਸਤੇ ਵੀ ਇਹਨਾਂ ਨੇ ਜਿਹੜਾ ਸੀ ਉੱਚੀ ਢੰਡੋਰਾ ਉਹ ਲਾਉਣਾ ਕੀਤਾ ਕਿ ਜੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿਓਗੇ, ਤੁਹਾਡੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਵੇਖੋ, ਇਹ ਉਸੇ ਹੀ ਮੂੰਹ ਨਾਲ ਕਹਿ ਰਹੇ ਆ ਫਿਰ ਜਿਸ ਮੂੰਹ ਤੋਂ ਇਹਨਾਂ ਨੇ ਆਪਣੇ ਪਾਕ ਕੁਰਾਨ ਦੀ ਕਸਮ ਖਾਧੀ ਹੈ। ਇਹ ਉਹੋ ਹੀ ਮੂੰਹ ਹੈ ਪਹਾੜੀਆਂ ਦਾ, ਇਹਨਾਂ ਹਿੰਦੂ ਰਾਜਿਆਂ ਦਾ, ਜਿਸ ਮੂੰਹ ਤੋਂ ਸ਼੍ਰੀਮਦ ਭਾਗਵਤ ਗੀਤਾ ਦੀ ਅਤੇ ਗਊ ਦੀ ਆਨ ਇਹਨਾਂ ਨੇ ਚੱਕੀ ਹੈ। ਉਸੇ ਮੂੰਹ ਤੋਂ ਮਹਾਰਾਜ ਸਾਹਿਬ ਜੀ ਨੂੰ ਇਹ ਕਹਿ ਰਹੇ ਹੈ। ਪਰ ਨਹੀਂ ਇਹਨਾਂ ਨੂੰ ਪਤਾ ਕਿ ਮਰਦ ਅਗੰਬੜੇ ਸਤਿਗੁਰੂ ਜੀ ਇਹ ਤਾਂ ਆਪਣੀ ਕੌਮ ਦੇ ਅੰਦਰ ਐਸੀ ਸੱਚੇ ਪਾਤਸ਼ਾਹ ਜੀ ਅਣਖ ਅਤੇ ਗੈਰਤ ਭਰ ਦੇਣਗੇ। ਸਤਿਗੁਰੂ ਜੀ ਤਾਂ ਕੀ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਕਮਾਉਣ ਵਾਲੇ ਵੀ ਕਦੇ ਇਸ ਤਰ੍ਹਾਂ ਦੀ ਮੌਤ ਨੂੰ ਪਸੰਦ ਨਹੀਂ ਕਰਦੇ। ਸ਼ਸਤਰ ਕੋਲ ਹੋਣ ਤੇ ਫਿਰ ਉਹਨਾਂ ਸ਼ਸਤਰਾਂ ਨੂੰ ਜਰਵਾਣੇ ਦੇ ਅੱਗੇ ਸਮਰਪਣ ਕਰ ਦੇਣਾ, ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਦੇ ਆਪਣੇ ਖਾਲਸੇ ਨੂੰ ਇਹੋ ਜਿਹੀ ਗੁੜਤੀ ਨਹੀਂ ਦਿੱਤੀ, ਕਦੇ ਇਹੋ ਜਿਹੀ ਸਿੱਖਿਆ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਿੰਘਾਂ ਦੇ ਅੰਦਰ ਐਸਾ ਜੋਸ਼ ਭਰਿਆ, ਐਸੀ ਵੀਰਤਾ ਭਰੀ, ਐਸੀ ਅਣਖ ਤੇ ਗੈਰਤ ਭਰੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਆਵਾਜ਼ ਸੁਣੀ ਹੈ, ਸਿੰਘਾਂ ਨੇ ਵੀ ਇਹ ਆਵਾਜ਼ਾਂ ਸੁਣੀਆਂ ਹਨ, ਤੇ ਜਦੋਂ ਅੰਦਰੋਂ ਕਿਸੇ ਪ੍ਰਕਾਰ ਦੀ ਕੋਈ ਹਿਲਜੁਲ ਨਹੀਂ ਹੋਈ। ਇਹ ਜ਼ਿਕਰ ਹੈ ਕਿ ਜਿਹੜੇ ਪੰਚ ਸਨ ਚਮਕੌਰ ਸਾਹਿਬ ਦੇ, ਉਹਨਾਂ ਨੂੰ ਪਕੜ ਕਰਕੇ ਸਾਰੀਆਂ ਸੂਚਨਾਵਾਂ ਇਹਨਾਂ ਨੇ ਲਈਆਂ ਕਿ ਜਦੋਂ ਸ਼ਾਮ ਨੂੰ ਗੁਰੂ ਸਾਹਿਬ ਗੜੀ ਦੇ ਅੰਦਰ ਪ੍ਰਵੇਸ਼ ਕੀਤੇ ਸੀ ਕਿੰਨੀ ਕੁ ਗਿਣਤੀ ਸੀਗੀ। ਇਸ ਤਰ੍ਹਾਂ ਉਹਨਾਂ ਨੇ ਅਨੁਮਾਨ ਮੁਤਾਬਕ ਕੋਈ 50 ਦੱਸਦਾ ਹੈ, ਕੋਈ 100 ਦੱਸਦਾ ਹੈ, ਕੋਈ ਕਿੰਨੇ ਦੱਸਦਾ ਹੈ। ਤੇ ਇਹਨਾਂ ਦੇ ਆਪਣੇ ਹੌਸਲੇ ਬੜੇ ਹੁਣ ਬੁਲੰਦ ਨੇ, ਕਿਉਂਕਿ ਲੱਖਾਂ ਦਾ ਲਾਹੋ ਲਸ਼ਕਰ ਵੇਖ ਕੇ, ਬੇਸ਼ੁਮਾਰ ਤੋਪਾਂ, ਹਾਥੀਆਂ ਦੀ ਸੈਨਾ, ਰੱਥਾਂ ਦੀ ਸੈਨਾ ਵੇਖ ਕੇ ਇਹਨਾਂ ਦਾ ਮਨ ਜਿਹੜਾ ਹੈ ਉਹ ਗਰਭ ਵਿੱਚ ਆਇਆ ਹੋਇਆ ਕਿ ਅਸੀਂ ਗੁਰੂ ਸਾਹਿਬ ਨੂੰ ਹੁਣ ਤਾਂ ਜਿਉਂਦੇ ਹੀ ਪਕੜ ਲੈਣਾ ਹੈ। ਇਸ ਤਰ੍ਹਾਂ ਜਦੋਂ ਇਹਨਾਂ ਨੇ ਵੇਖਿਆ ਕਿ ਅੰਦਰੋਂ ਕੋਈ ਜਵਾਬੀ ਜਿਹੜਾ ਹੈ ਕੋਈ ਵੀ ਸੁਨੇਹਾ ਨਹੀਂ ਆਇਆ, ਤੇ ਇਹਨਾਂ ਨੇ ਫਿਰ ਇੱਕਦਮ ਖਵਾਜਾ ਮਰਦੂਦ ਨੇ ਸੈਨਾਪਤੀਆਂ ਨੂੰ ਕਮਾਂਡ ਦਿੱਤੀ, ਜਿਨ੍ਹਾਂ ਨੂੰ ਵਿਉਂਤਬੰਦ ਤਰੀਕੇ ਨਾਲ ਇਹਨਾਂ ਨੇ ਜਿਹੜਾ ਸੀ ਥਾਵਾਂ ਵਿੱਚ ਜੁਦੇ ਖਿਲਾਰਿਆ ਹੋਇਆ ਸੀ। ਮਿਸਲ ਦਰ ਮਿਸਲ ਸਾਰੇ ਵੰਡੇ ਹੋਏ ਸਨ। ਇੱਕੇ ਵਾਰ ਇਹਨੇ ਚਮਕੌਰ ਸਾਹਿਬ ਦੀ ਗੜੀ ਦੇ ਉੱਤੇ ਹਮਲਾ ਕਰਕੇ ਗੜੀ ਨੂੰ ਸਰ ਕਰਨ ਦਾ ਆਦੇਸ਼ ਦਿੱਤਾ। ਜਦੋਂ ਇੱਕਦਮ ਫੌਜ ਜਿਹੜੀ ਹੈ ਉਹ ਗੜੀ ਸਾਹਿਬ ਵੱਲ ਨੂੰ ਵਧੀ ਹੈ, ਤੇ ਕਵਿਰਾਜ ਜੀ ਨੇ ਉਸ ਸਮੇਂ ਉਹ ਦ੍ਰਿਸ਼ ਐਸਾ ਬੰਨ੍ਹਿਆ ਹੈ, ਕਹਿੰਦੇ ਜਿਵੇਂ ਸਮੁੰਦਰ ਉਛਲ ਪੈਂਦਾ ਹੈ, ਇਸ ਤਰ੍ਹਾਂ ਟਿੱਡੀ ਦਲ ਜਿਹੜਾ ਹੈ ਤੁਰਕਾਂ ਦੀ ਤੇ ਪਹਾੜੀ ਸੈਨਾ ਦਾ ਇਹ ਗੜੀ ਵੱਲ ਨੂੰ ਵਧਿਆ ਹੈ। ਅੱਗੋਂ ਬੜੀ ਜ਼ਬਰਦਸਤ ਮੋਰਚਾਬੰਦੀ ਸਿੰਘਾਂ ਨੇ ਕੀਤੀ ਹੋਈ ਸੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਵਾਈ ਸੀਗੀ ਸਾਰੀ ਮੋਰਚਾਬੰਦੀ। ਜਦੋਂ ਇਹਨਾਂ ਦੀ ਸਾਰੀ ਸੈਨਾ ਦੇ ਅੰਦਰ ਯਾ ਅਲੀ ਅੱਲਾਹੂ ਅਕਬਰ ਦੇ ਨਾਅਰੇ ਵੱਜਣ ਲੱਗੇ, ਬੜੀ ਤੇਜ਼ੀ ਨਾਲ ਸੈਨਾ ਜਿਹੜੀ ਸੀ ਅੱਗੇ ਵਧਣ ਲੱਗੀ। ਇੱਧਰੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਣਜੀਤ ਨਗਾਰੇ ਦੇ ਉੱਤੇ ਚੋਬ ਲਾਉਣ ਦੀ ਆਗਿਆ ਕੀਤੀ। ਜਦੋਂ ਨਗਾਰੇ ਦੇ ਉੱਤੇ ਚੋਬਾਂ ਵੱਜੀਆਂ, ਇੱਕ ਵਾਰ ਸਾਰਾ ਹੀ ਜਿਹੜਾ ਚਮਕੌਰ ਸਾਹਿਬ ਦਾ ਆਸਮਾਨ ਸੀ ਇਹ ਗੂੰਜ ਉੱਠਿਆ, ਤੇ ਸਿੰਘਾਂ ਨੇ ਅੰਦਰੋਂ ਸਤਿ ਸ੍ਰੀ ਅਕਾਲ ਦੇ ਜਦੋਂ ਜਕਾਰੇ ਲਾਏ। ਜਦੋਂ ਇਹ ਆਵਾਜ਼ਾਂ ਸੁਣੀਆਂ ਨਾ, ਆਕਾਸ਼ ਕੰਬਾਊ ਜਕਾਰੇ, ਜਦੋਂ ਇਹ ਜਿਵੇਂ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਜਿਵੇਂ ਕੋਈ ਜਲਜਲਾ ਆ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਜਕਾਰਿਆਂ ਦੇ ਨਾਲ ਜਿਹੜਾ ਆਸਮਾਨ ਸੀ ਉਹ ਗੂੰਜ ਉੱਠਿਆ, ਤੇ ਬਾਹਰ ਸੈਨਾਪਤੀਆਂ ਦੇ ਹੌਸਲੇ ਦਹਿਲ ਗਏ। ਫਿਰ ਉਹਨਾਂ ਪੰਚਾਂ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਇਤਲਾਹ ਸਹੀ ਨਹੀਂ ਦਿੱਤੀ, ਅੰਦਰ ਤਾਂ ਗਿਣਤੀ ਜ਼ਿਆਦਾ ਲੱਗਦੀ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਰਾਤ ਦੇ ਵਕਤ ਵਿੱਚ ਹੋਰ ਸਿੰਘਾਂ ਦੀ ਫੌਜ ਗੁਰੂ ਸਾਹਿਬ ਕੋਲ ਆ ਗਈ ਹੋਵੇ, ਪਰ ਇਹਨਾਂ ਤਾਂ ਸੂਰਜ ਅਸਤ ਹੁੰਦਿਆਂ ਤੱਕ ਹੀ ਚਮਕੌਰ ਸਾਹਿਬ ਦੇ ਸਾਰੇ ਨਗਰ ਨੂੰ ਘੇਰਾ ਘੱਤ ਲਿਆ ਸੀਗਾ। ਭਾਈ ਦਇਆ ਸਿੰਘ ਸਾਹਿਬ ਜੀ ਨੇ ਉਸ ਸਮੇਂ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ ਸੀ, ਮਹਾਰਾਜ ਇੰਨਿਆਂ ਨਾਲ ਹੁਣ ਕਿਵੇਂ ਲੜਿਆ ਜਾਵੇਗਾ। ਤਾਂ ਸੱਚੇ ਪਾਤਸ਼ਾਹ ਜੀ ਨੇ ਉਸ ਮਮਟੀ ਵਿੱਚ ਜਿੱਥੇ ਤੀਰ ਮਹਾਰਾਜ ਖਿਲਾਰੇ ਹੋਏ ਸੀ, ਵੀਰ ਆਸਣ ਸੱਚੇ ਪਾਤਸ਼ਾਹ ਜੀ ਮਹਾਰਾਜ ਲਾਇਆ ਹੋਇਆ ਸੀ, ਹਜੂਰ ਨੇ ਇੱਕ ਤੀਰ ਮਾਰਿਆ ਸਤਿਗੁਰਾਂ ਜੀ ਨੇ ਆਪਣੇ ਧਨੁਸ਼ ਦੇ ਉੱਤੇ ਸਿੰਝ ਕਰਕੇ, ਤੇ 10,000 ਨੂੰ ਪਾੜਦਾ ਹੋਇਆ ਉਹ ਤੀਰ ਪਾਰ ਹੋਇਆ। ਇਹੋ ਜਿਹਾ ਸੱਚੇ ਪਾਤਸ਼ਾਹ ਜੀ ਦੇ ਤੀਰ ਨੇ ਗੁੰਜਾਟ ਪਾਈ। ਫੌਜ ਜਿਹੜੀ ਸੀ ਨਾ, ਤੀਰਾਂ ਦੀ ਤਾਬ ਨਾ ਝੱਲਦੀ ਹੋਈ, ਇੱਕਦਮ ਫਿਰ ਅੰਦਰੋਂ ਵੀ ਅੰਧਾ ਧੁੰਦ ਗੋਲੀ ਚੱਲੀ, ਤੀਰ ਮੀਂਹ ਵਾਂਗ ਵਰੇ, ਤੇ ਇਹੋ ਜਿਹਾ ਜ਼ੋਰ ਦਾ ਹੱਲਾ ਸਿੰਘਾਂ ਨੇ ਬੜੀ ਬੁਰੀ ਤਰ੍ਹਾਂ ਪਛਾੜਿਆ। ਕਹਿੰਦੇ ਐਡਾ ਵੱਡਾ ਨੁਕਸਾਨ ਜਿਹੜਾ ਸੀ ਮੁਗਲ ਫੌਜ ਦਾ ਹੋਇਆ। ਵੱਡੇ ਸੈਨਾਪਤੀ ਜਿਹੜੇ ਅੱਗੇ ਕਈ ਜੰਗਾਂ ਲੜ ਚੁੱਕੇ ਸੀ, ਉਹ ਵੀ ਵਿੱਚ ਅਗਵਾਹੀ ਦੇ ਰਹੇ ਸਨ, ਬੜੇ ਹੈਰਾਨ ਹੋਏ, ਕਿਉਂਕਿ ਗੜੀ ਉੱਚੇ ਥਾਂ 'ਤੇ ਹੈ, ਥੱਲੋਂ ਜਾ ਕਰਕੇ ਇਹਨਾਂ ਨੇ
ਹਮਲਾ ਬੋਲਣਾ ਬਹੁਤ ਭਾਰੀ ਇਹਨਾਂ ਦਾ ਨੁਕਸਾਨ ਹੋਇਆ। ਫਿਰ ਇਹ ਫੈਸਲਾ ਕੁਨ ਯੁੱਧ ਕਰਨ ਵਾਸਤੇ ਪਿੱਛੇ ਹਟ ਕਰਕੇ ਮੋਰਚਾਬੰਦੀ ਕੀਤੀ। 10-10 ਹਜ਼ਾਰ ਸੈਨਾ ਦੇ ਸਿਪਾਹੀ ਜਿਹੜੇ ਸੀ ਮੈਦਾਨੇ ਜੰਗ ਵਿੱਚ ਨਿਤਰਨ ਲੱਗੇ। ਇੱਧਰੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ 5 ਸਿੰਘਾਂ ਦੇ ਸੱਚੇ ਪਾਤਸ਼ਾਹ ਜੀ ਨੇ ਜਥੇ ਬੰਨ੍ਹ ਦਿੱਤੇ ਅਤੇ 10-10 ਹਜ਼ਾਰ ਦੇ ਨਾਲ 5 ਸਿੰਘਾਂ ਦਾ ਜਥਾ ਜਿਹੜਾ ਸੀ ਉਹ ਫਿਰ ਨਿਕਲ ਕਰਕੇ ਬਾਹਰ ਲੜੇ ਹੈ। ਉਹ ਬਹੁਤ ਭਾਰੀ ਯੁੱਧ ਦਾ ਜਿਹੜਾ ਰੂਪਕ ਹੈ ਕਵੀਰਾਜ ਜੀ ਨੇ ਬੰਨ੍ਹਿਆ ਕਿ ਇੱਕ ਸਿੰਘ ਜਿਹੜਾ ਸੀ ਉਹ 1.25 ਲੱਖ 'ਤੇ ਭਾਰੂ ਪਿਆ, ਬਹੁਤ ਭਾਰੀ। ਫਿਰ ਵੀ ਤੁਰਕਾਂ ਦੀ ਸੈਨਾ ਦਾ ਸਿੰਘਾਂ ਨੇ ਨੁਕਸਾਨ ਕੀਤਾ। ਕਈਆਂ ਨੂੰ ਮਾਰ ਕਰਕੇ ਇੱਕ ਇਕੱਲਾ ਸਿੰਘ ਜਿਹੜਾ ਸੀ ਸ਼ਹੀਦ ਹੋਇਆ। ਇਉਂ ਜਦੋਂ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਗੜੀ ਦੇ ਅੰਦਰੋਂ 3 ਜਥੇ ਨਿਕਲ ਕਰਕੇ ਵੀਰਗਤੀ ਨੂੰ ਪ੍ਰਾਪਤ ਹੋਏ, ਉਸ ਸਮੇਂ ਫਿਰ ਕੋਈ ਚਾਰਾ ਨਾ ਚੱਲਦਾ ਵੇਖ ਕਰਕੇ ਜਿਹੜੇ ਤੁਰਕ ਸੀਗੇ ਇਹਨਾਂ ਨੇ ਮਲੇਰ ਕੋਟਲੀਏ ਜਿਹੜੇ ਨਵਾਬ ਸਨ ਇਹ ਬੜੇ ਲੜਨ ਨੂੰ ਮਰਨ ਨੂੰ ਬੜੇ ਦਲੇਰ ਮੰਨੇ ਜਾਂਦੇ ਸੀ ਅਤੇ ਇਹਨਾਂ ਨੂੰ ਜਾ ਕਰਕੇ ਵੰਗਾਰਿਆ। ਉਹ ਕਹਿਣ ਲੱਗੇ ਕਿ ਮਲੇਰ ਕੋਟਲੀਓ ਫਿਰ ਤੁਹਾਡਾ ਚਾਰ ਪਾਉਣਾ, ਜੇ ਹੁਣ ਤੁਸੀਂ ਕਿਸੇ ਕੰਮ ਨਾ ਆਏ ਤਾਂ ਅੱਗੇ ਵਧੋ। ਅਤੇ ਜੇ ਕੋਈ, ਕਿਉਂਕਿ ਸੂਰਜ ਜਿਹੜਾ ਸੀ ਉਹ ਮਧਿਆਨ ਵੱਲ ਨੂੰ ਆ ਰਿਹਾ ਅਤੇ ਜੇ ਹੁਣ ਕੋਈ ਚਾਰਾ ਨਾ ਚੱਲਿਆ ਫਿਰ ਕੀ ਕਰ ਸਕਾਂਗੇ। ਫਿਰ ਇਹਨਾਂ ਨੇ ਫੌਜ ਨੂੰ, ਕਿਉਂਕਿ ਲੜਾਈ ਰੁਕੀ ਵੇਖ ਕਰਕੇ, ਇੱਕੋ ਵਾਰ ਆਦੇਸ਼ ਦਿੱਤਾ ਅਤੇ ਮਲੇਰ ਕੋਟਲੀਆ ਜਿਹੜਾ ਨਾਹਰ ਖਾਨ ਸੀ ਉਹ ਕਹਿੰਦਾ ਮੈਂ ਪੌੜੀ ਲਾ ਕਰਕੇ ਅੱਗੇ ਜਾ ਚੜਾਂਗਾ। ਖਵਾਜਾ ਮਰਦੂਦ ਵੀ ਅੱਗੇ ਲੱਗ ਤੁਰਿਆ। ਇਹ ਸਾਰੇ ਸੈਨਾਪਤੀਆਂ ਨੇ ਇੱਕ ਵਾਰੀ ਫਿਰ ਸੈਨਾ ਨੂੰ ਜਿਹੜਾ ਸੀ ਨਾ ਉਹ ਹੱਲਾਸ਼ੇਰੀ ਦੇ ਕਰਕੇ ਹੱਥੋਂ ਹੱਥੀ ਲੜਾਈ ਵਿੱਚ ਚਮਕੌਰ ਸਾਹਿਬ ਦਾ ਦਰਵਾਜ਼ਾ ਤੋੜ ਕੇ ਜਾਂ ਇੱਕ ਪਾਸਿਓਂ ਕੰਧਾਂ ਦੇ ਉੱਤੇ ਪੌੜੀਆਂ ਲਾ ਕਰਕੇ ਅੰਦਰ ਵੜਨ ਦਾ ਆਦੇਸ਼ ਦਿੱਤਾ। ਜਦੋਂ ਇੱਕ ਵਾਰ ਫਿਰ ਹਲਾਹੂਲ ਉੱਠੀ ਹੈ, ਫਿਰ ਅੰਦਰੋਂ ਸਿੰਘਾਂ ਨੇ ਗੋਲੀਆਂ ਦੀ ਬਹੁਤ ਭਾਰੀ ਬੁਛਾੜ ਕੀਤੀ, ਮੂੰਹ ਤੋੜ ਦਿੱਤੇ, ਬਹੁਤ ਭਾਰੀ ਤੀਰ ਚੱਲੇ। ਇਹਨਾਂ ਦਾ ਕੀਤਾ ਹੋਇਆ ਹਮਲਾ ਜਿਹੜਾ ਸੀ ਇਹ ਵੀ ਨਿਸਫਲ ਕੀਤਾ। ਅਤੇ ਇਸ ਅੰਧਾ ਧੁੰਦ ਲੜਾਈ ਦੇ ਅੰਦਰ ਜਿਹੜਾ ਨਾਹਰ ਖਾਨ ਸੀਗਾ ਇਹ ਗੜੀ ਦੇ ਜਿਹੜਾ ਸੀ ਕੰਧ ਦੇ ਸਾਏ ਥੱਲੇ ਆ ਪਹੁੰਚਿਆ ਸੀਗਾ। ਇਸ ਨੇ ਗੜੀ ਦੀ ਕੰਧ ਨੂੰ ਪੌੜੀ ਲਾ ਲਈ ਅਤੇ ਪੌੜੀ ਵੀ ਉੱਥੇ ਲਾ ਬੈਠਾ ਜਿੱਥੇ ਉੱਤੇ ਮਮਟੀ ਵਿੱਚ ਸੱਚੇ ਪਾਤਸ਼ਾਹ ਬੀਰਾਸਣ ਲਾਈ ਬੈਠੇ ਹੈ। ਜਦੋਂ ਇਹ ਨਾਹਰ ਖਾਨ ਇੱਕ ਡੰਡਾ ਚੜ੍ਹਦਾ ਹੋਇਆ, ਜਦੋਂ ਉੱਪਰ ਜਾ ਕਰਕੇ ਇਸ ਨੇ ਸਾਹਮਣੇ ਆਪਣਾ ਚਿਹਰਾ ਕੀਤਾ ਨਾ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲ ਵੇਖ ਕਰਕੇ ਐਂ ਸ਼ਹਿ ਗਿਆ ਜਿਵੇਂ ਸ਼ੇਰ ਵੱਲ ਵੇਖ ਕੇ ਸ਼ਿਕਾਰ ਸ਼ਹਿ ਜਾਂਦਾ ਹੈ। ਮਹਾਰਾਜ ਨੇ ਇੱਕੋ ਹੀ ਤੀਰ ਮਾਰਿਆ, ਦੀ ਛਾਤੀ ਨੂੰ ਚੀਰਦਾ ਤੀਰ ਪਾਰ ਹੋ ਗਿਆ। ਭੁਆਂਟਣੀਆਂ ਖਾਂਦਾ ਹੋਇਆ ਨਾਹਰ ਖਾਨ ਧਰਤੀ 'ਤੇ ਜਾ ਪਿਆ। ਜਿਹੜਾ ਇਸ ਪ੍ਰਕਾਰ ਗਨੀ ਖਾਂ ਸੀਗਾ ਉਹ ਜਦੋਂ ਪੌੜੀ ਨੂੰ ਹੱਥ ਪਾਉਣ ਲੱਗਾ, 30 ਸੇਰ ਭਾਰਾ ਗੁਰਜ ਸੱਚੇ ਪਾਤਸ਼ਾਹ ਜੀ ਆਪਣੇ ਕਮਰ ਕੱਸੇ 'ਚ ਰੱਖਦੇ ਸੀ। ਮਹਾਰਾਜ ਨੇ ਉਹ ਗੁਰਜ ਮਾਰ ਕੇ ਇਸ ਗਨੀ ਖਾਂ ਦਾ ਸਿਰ ਐਂ ਤੋੜ ਦਿੱਤਾ ਜਿਵੇਂ ਜਿਹੜਾ ਕੱਚਾ ਭਾਂਡਾ ਹੈ ਉਹ ਚਾਟੀ ਜਿਵੇਂ ਤੋੜ ਦਈਦੀ ਨਾ ਪੱਥਰ ਮਾਰ ਕੇ, ਇਵੇਂ ਇਹਦਾ ਸਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫੇਂ ਸਿੱਟਿਆ। ਅਤੇ ਉਹ ਜਿਹੜਾ ਖਵਾਜਾ ਮਰਦੂਦ ਸੀ, ਜਦੋਂ 2 ਵੱਡੇ ਜਰਨੈਲ ਮਰੇ ਵੇਖੇ ਨਾ ਸਾਹਮਣੇ, ਅਤੇ ਕੰਧ ਦੇ ਸਾਏ ਥੱਲੇ ਫਿਰ ਆਪਣੀ ਜਾਨ ਬਚਾ ਕੇ ਦੌੜ ਗਿਆ। ਪਿੱਛੇ ਫੌਜਾਂ ਵਿੱਚ ਜਾ ਇਹਨੇ ਆਪਣਾ ਆਪ ਛੁਪਾ ਲਿਆ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਤਿਹ ਦੀ ਚਿੱਠੀ ਵਿੱਚ ਜਫਰਨਾਮੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦੇ ਬਾਰੇ ਨਰੰਗੇ ਨੂੰ ਲਿਖਿਆ ਕਿ ਔਰੰਗਜ਼ੇਬ ਤੇਰਾ ਜਿਹੜਾ ਵੀ ਵੱਡਾ ਸੈਨਾਪਤੀ ਮੇਰੇ ਨਿਗਾਹ ਚੜ੍ਹਿਆ, ਮੈਂ ਮਜਬੂਰ ਹੋ ਕਰਕੇ ਇੱਕ ਤੀਰ ਉਹਨਾਂ ਨੂੰ ਬਖਸ਼ਿਆ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਮੈਨੂੰ ਅਫਸੋਸ ਹੈ ਕਿ ਤੇਰਾ ਵੱਡਾ ਸੈਨਾਪਤੀ ਜਿਹੜਾ ਖਵਾਜਾ ਮਰਦੂਦ ਹੈ ਨਾ, ਇਹ ਮੇਰੀ ਨਿਗਾਹ ਨਹੀਂ ਚੜ੍ਹਿਆ। ਜੇ ਨਿਗਾਹ ਚੜ੍ਹਦਾ ਅਤੇ ਲਾਚਾਰ ਹੋ ਕੇ ਇੱਕ ਤੀਰ ਮੈਂ ਇਹਨੂੰ ਵੀ ਬਖਸ਼ਣਾ ਸੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਕਲਮ ਨਾਲ ਗਰੀਬ ਨਵਾਜ਼ ਜੀ ਨੇ ਲਿਖਿਆ। ਕਹਿੰਦੇ ਜਦੋਂ ਇਹ ਵੀ ਇਹਨਾਂ ਦੀ ਸਕੀਮ ਜਿਹੜੀ ਸੀ ਫੇਲ ਹੋਈ, ਮਧਿਆਨ ਵਿੱਚ ਸੂਰਜ ਆ ਚੁੱਕਾ ਸੀਗਾ, ਸਿੰਘਾਂ ਨੂੰ ਜੂਝਦਿਆਂ ਵੇਖ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਯੁੱਧ ਵਿੱਚ ਜਾਣ ਦੀ ਆਗਿਆ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਦਾ ਮਸਤਕ ਚੁੰਮਿਆ
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਬਚਨ ਕਹੇ, ਪੁੱਤਰ ਅਜੀਤ ਸਿੰਘ, ਮੈਦਾਨੇ ਜੰਗ ਵਿੱਚ ਤੁਸਾਂ ਜਾਣ ਦੀ ਆਗਿਆ ਮੰਗੀ ਹੈ। ਜੇ ਸੱਚ ਪੁੱਛੋ ਤੇ ਤੁਸੀਂ ਛਤਰੀ ਪੁਣੇ ਦੇ ਧਰਮ ਨੂੰ ਪਾਲਿਆ ਏ। ਇਸੇ ਦਿਨ ਵਾਸਤੇ ਮਹਾਰਾਜ ਕਹਿੰਦੇ ਤੁਹਾਨੂੰ ਜਵਾਨ ਕੀਤਾ ਹੈ। ਅੱਜ ਅਸੀਂ ਆਪਣੀਆਂ ਅੱਖਾਂ ਨਾਲ ਵੇਖਾਂਗੇ ਕਿ ਕਿੰਨੇ ਕੁ ਤੀਰ ਤੁਹਾਡੀ ਛਾਤੀ ਵਿੱਚ ਸਮਾ ਸਕਣਗੇ, ਕਿੰਨੀਆਂ ਗੋਲੀਆਂ ਸਮਾ ਸਕਣਗੀਆਂ। ਜਿਹੜੀ ਪਲੱਥੇ ਦੀ ਵਿੱਦਿਆ, ਪਟੇਬਾਜ਼ੀ ਦੀ ਵਿੱਦਿਆ ਤੁਹਾਨੂੰ ਸਿਖਾਈ ਹੈ, ਅੱਜ ਅਸੀਂ ਵੇਖਾਂਗੇ ਤੁਹਾਡੇ ਇਮਤਿਹਾਨ ਦੀ ਘੜੀ ਹੈ ਕਿ ਉਹ ਤੁਸੀਂ ਸ਼ਸਤਰ ਵਿੱਦਿਆ ਨੂੰ ਕਿਹੋ ਜਿਹਾ ਪਕਾਇਆ ਹੈ, ਕਿਹੋ ਜਿਹੀ ਤੁਹਾਡੇ ਅੰਦਰ ਸ਼ਸਤਰ ਵਿੱਦਿਆ ਦੀ ਨਿਪੁੰਨਤਾ ਹੈ, ਅੱਜ ਇੱਥੇ ਜਾਣੀ ਜਾਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਇਸੇ ਦਿਨ ਵਾਸਤੇ ਅਸੀਂ ਜਿਹੜਾ ਹੈ ਤੁਹਾਨੂੰ ਇਸ ਪ੍ਰਕਾਰ ਸਤਿਗੁਰਾਂ ਜੀ ਨੇ ਕਿਹਾ ਕਿ ਤੁਹਾਨੂੰ ਚੁਣਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਸ਼ੀਰਵਾਦ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਉਂ ਬਖਸ਼ਿਸ਼ਾਂ ਰਹਿਮਤਾਂ ਵਰਤਾ ਕਰਕੇ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਤੋਰਿਆ ਸੱਚੇ ਪਾਤਸ਼ਾਹ ਜੀ ਨੇ। ਤੇ 8 ਸਿੰਘ ਜਿਹੜੇ ਸੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਤਾਬਿਆ ਜਿਹੜਾ ਚਮਕੌਰ ਸਾਹਿਬ ਦੀ ਗੜੀ ਤੋਂ ਬਾਹਰ ਨਿਕਲੇ। ਮੁੱਖ ਦਰਵਾਜ਼ਾ ਜਥੇ ਦੇ ਨਿਕਲਣ ਤੇ ਖੁੱਲ੍ਹਦਾ ਸੀ ਤੇ ਜਿਸ ਸਮੇਂ ਜਥਾ ਬਾਹਰ ਜਾਂਦਾ ਸੀ ਉਸੇ ਸਮੇਂ ਦਰਵਾਜ਼ਾ ਫਿਰ ਬੰਦ ਕਰ ਦਿੱਤਾ ਜਾਂਦਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਮਟੀ ਵਿੱਚ ਗਰੀਬ ਨਿਵਾਜ ਜੀ ਵੀਰ ਆਸਣ ਲਾਈ ਬੈਠੇ ਹੈ। ਬਾਬਾ ਅਜੀਤ ਸਿੰਘ ਸਾਹਿਬ ਜੀ ਰਣ ਤੱਤੇ ਵਿੱਚ ਜਦੋਂ ਬਾਹਰ ਨਿਕਲ ਕਰਕੇ ਦੂ-ਬਦੂ ਲੜਾਈ ਦੇ ਅੰਦਰ ਘਮਾਸਾਨ ਦੇ ਯੁੱਧ ਵਿੱਚ ਆਏ ਹਨ। ਕਵੀਰਾਜ ਜੀ ਨੇ ਉਸ ਸਮੇਂ ਲਿਖਿਆ ਕਿ ਬਾਬਾ ਅਜੀਤ ਸਿੰਘ ਸਾਹਿਬ ਨੇ ਇਹੋ ਜਿਹੀ ਤੀਰਾਂ ਦੀ ਵਰਖਾ ਕੀਤੀ ਕਿ 10 ਲੱਖ ਫੌਜ ਇੱਕ ਵਾਰੀ ਹਿਲਾ ਦਿੱਤੀ ਸੀਗੀ। ਬਹੁਤ ਭਾਰੀ ਰੌਲਾ ਮਚਿਆ, ਬੜੀ ਕਲਮਲਾਹਟ ਹੋਈ। ਸੈਨਾਪਤੀਆਂ ਨੂੰ ਪ੍ਰਤੀਤ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਆ ਗਏ ਮੈਦਾਨੇ ਜੰਗ ਦੇ ਅੰਦਰ। ਫਿਰ ਇਉਂ ਪਰਖ ਕੇ ਨਾ ਸਰਹੰਦੀ ਸੂਬੇ ਵਜ਼ੀਰ ਖਾਨ ਨੇ ਦੂਰਬੀਨ ਦੇ ਨਾਲ ਆਖਿਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਹੈ, ਬੜਾ ਤਲਵਾਰ ਦਾ ਧਨੀ ਹੈ, ਵੇਖਿਓ ਬਚ ਕੇ ਹੁਣ ਜਿੰਦਾ ਗੜੀ ਵਿੱਚ ਨਾ ਜਾਵੇ। ਇਸ ਤਰ੍ਹਾਂ ਇਹਨੇ ਲਲਕਾਰਾ ਮਾਰਿਆ ਵੱਡਿਆਂ ਸੈਨਾਪਤੀਆਂ ਨੂੰ। ਬੜੀ ਫੌਜ ਜਿਹੜੀ ਸੀ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਇਹ ਜਿਉਂਦਾ ਪਕੜਨਾ ਚਾਹੁੰਦੇ ਸੀ। ਸੋਚਦੇ ਸੀਗੇ ਕਿ ਜੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਜਿਉਂਦਾ ਪਕੜ ਲਿਆ, ਗੁਰੂ ਸਾਹਿਬ ਨੂੰ ਹਥਿਆਰ ਸੁੱਟਣ ਵਾਸਤੇ ਅਸੀਂ ਮਜਬੂਰ ਕਰਾਂਗੇ। ਉਹ ਸੋਚ ਤਾਂ ਸਕਦੇ ਸੀ ਪਰ ਕਰਨਾ ਜਿਹੜਾ ਨਾ ਉਹਨਾਂ ਦੇ ਵੱਸ ਦੀ ਬਾਤ ਨਾ ਸੀ ਰਹੀ। ਬਾਬਾ ਅਜੀਤ ਸਿੰਘ ਸਾਹਿਬ ਜਦੋਂ ਤੀਰ ਮੁੱਕ ਗਏ ਤੇ ਇਹੋ ਜਿਹਾ ਸ੍ਰੀ ਸਾਹਿਬ ਦੇ ਨਾਲ ਯੁੱਧ ਕੀਤਾ ਹੈ। ਉਹ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਿੱਧਰ ਨੂੰ ਮੈਦਾਨੇ ਜੰਗ ਦੇ ਅੰਦਰ ਬਾਬਾ ਅਜੀਤ ਸਿੰਘ ਸਾਹਿਬ ਜੀ ਫਿਰੇ ਸੀ, ਇਉਂ ਜਿਵੇਂ ਸਵਾ ਮਾਤਮ ਛਾ ਜਾਂਦੀ ਹੈ ਨਾ, ਜਿਵੇਂ ਕੋਈ ਯਮਰਾਜ ਫਿਰ ਜਾਂਦਾ ਮੌਤ ਦਾ ਸੁਨੇਹਾ ਦਿੰਦਿਆਂ ਹੋਇਆਂ, ਇਸ ਤਰ੍ਹਾਂ ਸਫਾ ਵਿਛਾ ਦਿੱਤੀਆਂ। ਜਿਹੜੀਆਂ ਗਰਦਨਾਂ ਸੀ ਉਹ ਜਿਵੇਂ ਖਿੱਦੋ ਉਛਲਦੀ ਹੈ ਨਾ, ਬਾਲਕਾਂ ਦੀ ਖੂੰਡੀ ਫੜੀ ਹੋਈ ਹੱਥਾਂ ਵਿੱਚ, ਇਸ ਤਰ੍ਹਾਂ ਗਰਦਨਾਂ ਜਿਹੜੀਆਂ ਸੀ ਸ੍ਰੀ ਸਾਹਿਬ ਦੇ ਨਾਲ ਉਛਾਲ ਦਿੱਤੀਆਂ। ਜਿੱਧਰ ਨੂੰ ਵੀ ਸ੍ਰੀ ਸਾਹਿਬ ਵਗਦੀ ਸੀ, 2 ਫਾੜ ਕਰਦੀ ਤੁਰੀ ਜਾਂਦੀ ਸੀਗੀ। ਤੇ ਇਉਂ ਯੁੱਧ ਕਰਦਿਆਂ ਹੋਇਆਂ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥਾਂ ਵਿੱਚ ਸ੍ਰੀ ਸਾਹਿਬਾਂ ਵੀ ਦਮ ਦੇ ਗਈਆਂ ਤੇ ਕਬਜ਼ੇ ਪਕੜੇ ਰਹਿ ਗਏ। ਫਿਰ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਘੋੜੇ ਦੀ ਕਾਠੀ ਦੇ ਸਕੰਜੇ ਵਿੱਚੋਂ ਬਰਛਾ ਕੱਢ ਕੇ ਇਹੋ ਜਿਹਾ ਬਰਛੇ ਨਾਲ ਵੀਰਤਾ ਸਹਿਤ ਯੁੱਧ ਕੀਤਾ। ਬੜੇ ਬੜੇ ਪਠਾਨ ਜਿਹੜੇ ਸੀ ਉਹਨਾਂ ਨੂੰ ਸਦਾ ਦੀ ਨੀਂਦ ਸਵਾ ਦਿੱਤਾ। ਜਿਹੜਾ ਅਨਵਰ ਖਾਨ ਪਠਾਨ ਸੀ, ਇਹਦੀ ਛਾਤੀ ਵਿੱਚ ਜਦੋਂ ਬਰਛਾ ਮਾਰਿਆ, ਸੰਜੋਗ ਬਖਤਰ ਇਸ ਨੇ ਪਹਿਨਿਆ ਹੋਇਆ ਸੀ ਤੇ ਸੰਜੋਗ ਬਖਤਰ ਪਹਿਨਿਆ ਹੋਣ ਕਰਕੇ ਬਰਛੇ ਦੀ ਘੰਡੀ ਜਿਹੜੀ ਸੀ ਉਹ ਸੰਜੋਗ ਬਖਤਰ ਵਿੱਚ ਅੜ ਗਈ। ਬਾਕੀ ਡਾਂਗ ਹੱਥ ਵਿੱਚ ਆ ਗਈ, ਫਲ ਉੱਥੇ ਉਹਦੀ ਛਾਤੀ 'ਚ ਹੀ ਰਹਿ ਗਿਆ। ਅਨਵਰ ਖਾਨ ਬਲ ਖਾ ਕੇ ਘੋੜੇ ਤੋਂ ਧਰਤੀ ਤੇ ਜਾ ਪਿਆ। ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਵੇਖਿਆ ਉਹਨਾਂ ਕਿ ਪਕੜੇ ਨਹੀਂ ਜਾਂਦੇ, ਫਿਰ ਜਦੋਂ ਕੋਈ ਚਾਰਾ ਨਾ ਚੱਲਦਾ ਵੇਖਿਆ ਤੇ ਆਦੇਸ਼ ਦਿੱਤਾ ਕਿ ਗੋਲੀਆਂ ਤੇ ਤੀਰ ਵਾਰ ਕਰਕੇ ਇਹਨਾਂ ਨੂੰ ਥਾਂ ਢੇਰੀ ਕੀਤਾ ਜਾਵੇ। ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਅਣਗਿਣਤੀ ਗੋਲੀਆਂ ਫਿਰ ਸਰੀਰ ਵਿੱਚ ਆ ਕੇ ਵੱਜੀਆਂ। ਉੱਥੇ ਗੋਲੀਆਂ ਦੇ ਲੱਗਣ ਨਾਲ ਘੋੜਾ ਸ਼ਹੀਦ ਹੁੰਦਾ ਹੈ ਤੇ ਬਾਬਾ ਅਜੀਤ ਸਿੰਘ ਸਾਹਿਬ ਫਿਰ ਵੀ ਘੋੜੇ ਦੇ ਸ਼ਹੀਦ ਹੋਣ ਤੋਂ ਵੀ ਪੈਰ ਜਮਾ ਕੇ ਆਪਣੇ ਕਮਰ ਕੱਸੇ ਦੀ ਕਟਾਰ ਖਿੱਚ ਕੇ ਤੁਰਕਾਂ ਦੇ ਆਹੂ ਲਾਉਣ ਲੱਗ ਗਏ। ਬੜੇ ਬੜੇ ਪਠਾਣਾਂ ਦੇ ਢਿੱਡ ਪਾੜ ਸਿੱਟੇ। ਜਦੋਂ ਫਿਰ ਅਣਗਿਣਤ ਗੋਲੀਆਂ ਸੀਸ ਵਿੱਚ ਆ ਕਰਕੇ ਵੱਜੀਆਂ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਮੂੰਹ ਪਰਨੇ ਡਿੱਗ ਕੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀਤਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਹਜੂਰ ਨੇ ਉਸ ਵਕਤ ਜਕਾਰਾ ਛੱਡਿਆ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸ਼ਹਾਦਤ ਪਾਈ। ਇਹ ਸਾਰੇ ਸਿੰਘ ਜੋ ਅੰਦਰ ਸਨ, ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਜੂਝਦਿਆਂ ਹੋਇਆਂ ਸਭ ਨੇ ਆਪਣੀਆਂ ਅੱਖਾਂ ਨਾਲ ਤੱਕਿਆ। ਬਹੁਤ ਜ਼ਿਆਦਾ ਸਿੰਘਾਂ ਦੇ ਅੰਦਰ ਰੋਹ ਭਰਿਆ ਹੋਇਆ ਸੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਅਜੀਤ ਸਿੰਘ ਸਾਹਿਬ ਨੂੰ ਜੂਝਦਿਆਂ ਵੇਖ ਕਰਕੇ ਬਹੁਤ ਜ਼ਿਆਦਾ ਜੋਸ਼ ਨਾਲ ਭਰ ਗਏ ਤੇ ਪਿਤਾ ਸਤਿਗੁਰੂ ਜੀ ਦੇ ਕੋਲੋਂ ਆਗਿਆ ਮੰਗੀ, ਮਹਾਰਾਜ ਕਿਰਪਾ ਕਰੋ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ। ਸੱਚੇ ਪਾਤਸ਼ਾਹ ਜੀ ਦੇ ਕੋਲ ਖਲੋਤੇ ਭਾਈ ਦਇਆ ਸਿੰਘ ਸਾਹਿਬ ਨੇ ਆਖਿਆ, ਮਹਾਰਾਜ ਆਪਦੇ ਸਾਹਿਬਜ਼ਾਦੇ ਨੂੰ ਗਰੀਬ ਨਵਾਜੀ ਅੱਖਾਂ ਦੇ ਸਾਹਮਣੇ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਛੋਟਿਆਂ ਦਾ ਮਹਾਰਾਜ ਪਤਾ ਨਹੀਂ, ਆਪ ਕਿਰਪਾ ਕਰੋ ਮਹਾਰਾਜ ਇੱਕ ਤਾਂ ਰੱਖ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੰਘਾਂ ਦੇ ਵੇਖਦਿਆਂ ਹੋਇਆਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਵੀ ਥਾਪੜਾ ਦਿੱਤਾ ਤੇ ਸਤਿਗੁਰੂ ਜੀ ਦੇ ਸਾਹਮਣੇ ਬਾਬਾ ਜੁਝਾਰ ਸਿੰਘ ਸਾਹਿਬ ਨੇ ਜੇ ਸਿੰਘਾਂ ਦੇ ਇਹ ਕਹਿਣ ਤੋਂ ਕਿ ਆਪ ਦੀ ਉਮਰ ਬੜੀ ਛੋਟੀ ਹੈ ਤੇ ਫਿਰ ਬਾਬਾ ਜੁਝਾਰ ਸਿੰਘ ਸਾਹਿਬ ਨੇ ਕਿਹਾ ਸੀ, ਮਹਾਰਾਜ ਜੇ ਸਾਨੂੰ ਮਾਰਨਾ ਨਹੀਂ ਆਉਂਦਾ ਤਾਂ ਮਰਨਾ ਤਾਂ ਆਉਂਦਾ ਨਾ, ਸ਼ਹੀਦ ਹੋਣਾ ਤਾਂ ਆਉਂਦਾ ਨਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਇਹੋ ਜਿਹਾ ਜਜ਼ਬਾ ਆਪਣੀ ਕੌਮ ਦੇ ਅੰਦਰ ਭਰਿਆ। ਫਿਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਿੰਘਾਂ ਦੇ ਜਿਨ੍ਹਾਂ ਦੀ ਗਿਣਤੀ 9 ਦੱਸੀ ਹੈ, 9 ਸਿੰਘਾਂ ਦੇ ਸਮੇਤ ਜਿਹੜਾ ਸੀ ਰਣ ਤੱਤੇ ਵਿੱਚ ਨਿਤਰੇ। ਜਦੋਂ ਇਹ ਦਰਵਾਜ਼ੇ ਤੋਂ ਲੰਘਣ ਲੱਗੇ ਹੈ ਉਦੋਂ ਇਹ ਜ਼ਿਕਰ ਆਉਂਦਾ ਹੈ ਕਿ ਭਾਈ ਜੈਤਾ ਜਿਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਹੈ ਉਹ ਦਰਵਾਜ਼ੇ ਤੇ ਖੜੇ ਹੈ। ਉਹਨਾਂ ਨੇ ਦਰਵਾਜ਼ਾ ਖੋਲ੍ਹਣੋਂ ਇਨਕਾਰ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਆਖਿਆ, ਮਹਾਰਾਜ ਅਸੀਂ ਸੰਸਾਰ ਭਰ ਦੇ ਸਿੱਖਾਂ ਨੂੰ ਕੀ ਆਖਾਂਗੇ? ਮਹਾਰਾਜ ਸਿੱਖਾਂ ਦੇ ਪ੍ਰਸ਼ਨਾਂ ਦਾ ਸਵਾਲਾਂ ਦਾ ਕੀ ਜਵਾਬ ਦੇਵਾਂਗੇ ਜਦੋਂ ਸਿੱਖ ਸਾਨੂੰ ਪੁੱਛਣਗੇ ਕਿ ਗੁਰਦੇਵ ਦਾ ਸਾਹਿਬਜ਼ਾਦਾ ਇੰਨੀ ਛੋਟੀ ਉਮਰ ਵਿੱਚ ਜਦੋਂ ਰਣ ਤੱਤੇ ਵਿੱਚ ਉਤਰਿਆ ਤੁਸੀਂ ਸਾਹਿਬਜ਼ਾਦੇ ਦੀ ਥਾਂ ਕਿਉਂ ਨਹੀਂ ਮੱਲੀ? ਅੱਗੇ ਵੱਧ ਕਰਕੇ ਤੁਸੀਂ ਸਾਹਿਬਜ਼ਾਦੇ ਦੀ ਥਾਂ ਤੇ ਆਪਣੀ ਜਾਨ ਕਿਉਂ ਨਾ ਦਿੱਤੀ? ਮਹਾਰਾਜ ਜਿੰਨਾ ਚਿਰ ਅਸੀਂ ਜੀਵਤ ਹਾਂ ਉਹਨਾਂ ਚਿਰ ਸਾਹਿਬਜ਼ਾਦਾ ਜੰਗ ਵਿੱਚ ਨਹੀਂ ਜਾਏਗਾ, ਇਹ ਸਾਡੀ ਬੇਨਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ, ਭਾਈ ਜੀਵਨ ਸਿੰਘ ਮੈਂ ਐਸਾ ਸੁਦਾਗਰ ਨਹੀਂ ਕਿ ਪਿਆਰ ਦੀ ਕੀਮਤ ਨਾ ਜਾਣਦਾ ਹੋਵਾਂ, ਪਰ ਜੇ ਤੁਸੀਂ ਇਹ ਉਲਾਮਾ ਲੈਣ ਨੂੰ ਤਿਆਰ ਨਹੀਂ ਨਾ ਤੇ ਫਿਰ ਅਸੀਂ ਵੀ ਇਹ ਉਲਾਮਾ ਲੈਣ ਨੂੰ ਤਿਆਰ ਨਹੀਂ ਕਿ ਸੰਸਾਰ ਕਹੇ ਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾਂ ਨੂੰ ਬਚਾ ਲਿਆ ਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਨਹੀਂ, ਸਾਡੇ ਹੁਕਮ ਦੀ ਤਾਮੀਰ ਹੋਵੇ ਤੇ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ। ਭਾਈ ਜੀਵਨ ਸਿੰਘ ਜੀ ਨੇ ਤੇ ਸਮੇਂ ਭਰੇ ਮਨ ਨਾਲ ਕੰਬਦਿਆਂ ਹੱਥਾਂ ਤੇ ਡੁੱਲਦਿਆਂ ਹੰਝੂਆਂ ਨਾਲ ਦਰਵਾਜ਼ਾ ਖੋਲ੍ਹਿਆ। ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਮੈਦਾਨੇ ਜੰਗ ਦੇ ਅੰਦਰ ਜਦੋਂ ਉਤਰੇ ਹੈ, ਕਵੀਰਾਜ ਜੀ ਨੇ ਲਿਖਿਆ ਇੱਕ ਵਾਰ ਫਿਰ ਜੰਗ ਭਖਿਆ। ਇਹਨਾਂ ਨੂੰ ਵਾਰ-ਵਾਰ ਇਹੀ ਭੁਲੇਖਾ ਪੈਂਦਾ ਸੀ ਕਿ ਗੁਰੂ ਸਾਹਿਬ ਆਪ ਆ ਉਤਰੇ ਹੈ। ਫਿਰ ਜਦੋਂ ਵੇਖਿਆ ਤੇ ਜਿਹੜੇ ਦੱਸਣ ਵਾਲੇ ਸੀ, ਪਹਿਚਾਨ ਕਰਨ ਵਾਲੇ, ਚਨਾਰੀ ਕਰਾਉਣ ਵਾਲੇ, ਉਹਨਾਂ ਕਿਹਾ ਕਿ ਗੁਰੂ ਸਾਹਿਬ ਜੀ ਦਾ ਇਹ ਦੂਸਰਾ ਸਾਹਿਬਜ਼ਾਦਾ ਹੈ। ਬਾਬਾ ਜੁਝਾਰ ਸਿੰਘ ਸਾਹਿਬ ਜੀ ਇੰਨੀ ਵੀਰਤਾ ਨਾਲ ਲੜੇ ਹੈ, ਜਿੰਨੀ ਉਮਰ ਛੋਟੀ ਸੀ ਉਨੀ ਕਾਹਲੀ ਨਾਲ ਹੱਥਾਂ ਵਿੱਚ ਸ਼ਸਤਰ ਚੱਲਦੇ ਸੀਗੇ। ਬਹੁਤ ਭਾਰੀ ਯੁੱਧ ਕੀਤਾ। ਕਈਆਂ ਤੁਰਕਾਂ ਦੇ ਆਹੂ ਲਾਉਂਦਿਆਂ ਹੋਇਆਂ ਜਦੋਂ ਸਾਥੀ ਸਿੰਘ ਸ਼ਹੀਦ ਹੋਏ, ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਵੀ ਵੀਰਤਾ ਨਾਲ ਲੜਦਿਆਂ ਹੋਇਆਂ ਇਸ ਪਵਿੱਤਰ ਮੈਦਾਨੇ ਜੰਗ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੂਸਰੀ ਵਾਰ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਜਕਾਰਾ ਛੱਡਿਆ। ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਦਾ ਸੀਸ ਝੁਕਾਇਆ। ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਾਣੋ ਕਿਉਂ ਕਹਿ ਰਹੇ ਸੀ ਕਿ ਇਹ ਨਿਰੰਕਾਰ ਆਪ ਦੇ ਖਜ਼ਾਨੇ ਵਿੱਚ ਅਸੀਂ ਅਦਾ ਕਰ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੋ ਜੀ ਲਾਸਾਨੀ ਕੁਰਬਾਨੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਜਦੋਂ ਪੰਥ ਦੇ ਅੰਦਰ ਜਿਹੜੇ ਗ੍ਰਸਤੀ ਹੈ ਉਹ ਆਪਣੇ ਜਦੋਂ ਅਸੀਂ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਆਪਣੇ ਬੱਚਿਆਂ ਵੱਲ ਵੇਖਦੇ ਹਾਂ, ਅੰਤਾਂ ਦਾ ਮੋਹ ਆਪਣੀ ਔਲਾਦ ਨਾਲ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖੀ ਨੂੰ ਵੀ ਭੁੱਲ ਜਾਂਦੇ ਹਾਂ। ਤੇ ਜੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਿੱਤੇ ਹੋਏ ਅਸੂਲਾਂ ਨੂੰ ਵਿਸਾਰ ਦਿੱਤਾ, ਜ਼ਿੰਦਗੀ ਜਿਹੜੀ ਹੈ ਉਹ ਕੋਈ ਬਹੁਤੀ ਲੰਬੇਰੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ
ਦਿੱਤੇ ਹੋਏ ਅਸੂਲਾਂ ਨੂੰ ਜਿਹੜੇ ਪਾਲਦੇ ਹੋਏ ਧਰਮ ਦੀ ਕਮਾਈ ਕਰਦੇ ਹੈ, ਉਹਨਾਂ ਦਾ ਜੀਵਨ ਹੀ ਧਨ ਹੁੰਦਾ। ਜਿਵੇਂ ਮਹਾਰਾਜ ਨੇ ਆਖਿਆ ਨਾ ਕਿ ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਇਹ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਨਾਲ ਤੇ ਆਪਣੇ ਸਤਿਗੁਰੂ ਜੀ ਨੇ ਖਾਲਸੇ ਨੂੰ ਸ਼ਸਤਰਾਂ ਦੀ ਦਾਤ ਦੇ ਕਰਕੇ ਜੜਤਾ ਤੇ ਕਾਇਰਤਾ ਸਦਾ ਲਈ ਸੱਚੇ ਪਾਤਸ਼ਾਹ ਜੀ ਨੇ ਨਾਸ਼ ਕਰ ਦਿੱਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਦੇ ਸ਼ਹੀਦ ਹੋਣ ਤੱਕ ਜਿਹੜੀ ਸੀ ਸ਼ਾਮ ਪੈ ਚੁੱਕੀ ਸੀ। ਤੇ ਇਹ ਜਿਹੜਾ ਦਿਨ ਹੈ ਨਾ, ਜਿਸ ਦਿਨ ਚਮਕੌਰ ਸਾਹਿਬ ਦਾ ਯੁੱਧ ਹੁੰਦਾ ਹੈ, ਇਹ ਸਾਰੇ ਸਾਲ ਵਿੱਚ ਦੇਸ਼ ਦੀ ਧਰਤੀ 'ਤੇ ਬਹੁਤ ਛੋਟਾ ਦਿਨ ਹੁੰਦਾ ਹੈ। ਸਾਰੇ ਦਿਨਾਂ ਨਾਲੋਂ ਛੋਟਾ ਦਿਨ ਹੁੰਦਾ ਹੈ। ਬਹੁਤ ਜਿਹੜਾ ਹੈ ਜਲਦੀ ਸੂਰਜ ਜਿਹੜਾ ਛਿਪ ਜਾਂਦਾ ਹੈ। ਇੰਨੇ ਛੋਟੇ ਦਿਨ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਤਿਹਾਸ ਰਚਿਆ। ਜਿਵੇਂ ਅੰਮ੍ਰਿਤ ਵੇਲੇ ਵਿੱਚ ਤਾਜ਼ਗੀ ਹੁੰਦੀ ਹੈ ਨਾ, ਇਵੇਂ ਚਮਕੌਰ ਸਾਹਿਬ ਦੇ ਯੁੱਧ ਵਿੱਚ ਅੰਮ੍ਰਿਤ ਵੇਲੇ ਦੀ ਤਾਜ਼ਗੀ ਵਰਗੀ ਖੁਸ਼ਬੂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਤਿਹਾਸ ਨੂੰ ਪੜ੍ਹ ਕਰਕੇ ਜਿਹੜੇ ਕੋਈ ਹੋਰ ਹਨ ਨਾ, ਹੋਰ ਕੌਮਾਂ, ਉਹ ਵੀ ਜਦੋਂ ਪੜ੍ਹਦੇ ਸੁਣਦੇ ਆ ਅਚੰਭਾ ਹੋ ਜਾਂਦੇ ਆ, ਹੈਰਾਨ ਹੋ ਜਾਂਦੇ ਆ, ਤੇ ਆਪਣੀ ਕੌਮ ਨੂੰ ਉਹ ਆਜ਼ਾਦ ਕਰਾਉਣ ਵਾਸਤੇ ਸੱਚੇ ਪਾਤਸ਼ਾਹ ਦੇ ਇਤਿਹਾਸ ਦੀਆਂ ਮਿਸਾਲਾਂ ਦਿੰਦੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਰਾਤ ਪਈ ਹੈ, ਉਸ ਸਮੇਂ ਕਹਿੰਦੇ ਆ ਕਿ ਸਾਰਾ ਆਸਮਾਨ ਜਿਹੜਾ ਸੀਗਾ ਉਹ ਸਾਫ਼ ਹੋ ਚੁੱਕਾ ਸੀਗਾ। ਚੰਦਰਮਾ ਜਿਹੜਾ ਹੈ ਉਹ ਆਕਾਸ਼ ਵਿੱਚ ਦਿਖਾਈ ਪੈ ਰਿਹਾ ਹੈ। ਟਿਮਟਮਾਉਂਦੇ ਹੋਏ ਤਾਰੇ ਜਿਹੜੇ ਹੈ, ਜਾਣੋ ਕਿ ਇਹ ਕੱਚੀ ਗੜੀ ਦਾ ਦਰਸ਼ਨ ਕਰ ਰਹੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰ ਰਹੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਵੀ ਸ਼ਾਮ ਦੇ ਵਕਤ ਹਜੂਰ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ। ਬਹੁਤ ਪਿਆਰ ਨਾਲ ਸੁੰਨ ਹੋਏ ਸਿੰਘਾਂ ਨੇ ਮਹਾਰਾਜ ਦੀ ਰਸਨਾ ਤੋਂ ਬਾਣੀ ਸਰਵਣ ਕੀਤੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਰੰਤ ਗਰੀਬ ਨਿਵਾਜ ਜੀ ਜਦੋਂ ਕੀਰਤਨ ਸੋਹਿਲੇ ਦਾ ਪਾਠ ਕੀਤਾ ਨਾ, ਉਦੋਂ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਨੇ ਫਿਰ ਪਾਠ ਸੰਪੂਰਨ ਕਰਕੇ ਆਪਣੇ ਸ਼੍ਰੀ ਕੰਠ ਤੋਂ ਇਹ ਬਚਨ ਕਹੇ ਹੈ, ਦੇਹ ਸ਼ਿਵਾ ਬਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ। ਇਹ ਸਤਿਗੁਰੂ ਜੀ ਨੇ ਜਦੋਂ ਸ਼ਬਦ ਕਹੇ ਹੈ, ਭਾਈ ਦਇਆ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਸ਼ਾ ਜਾਣ ਗਏ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਹੈ ਦਿਨ ਚੜ੍ਹਦੇ ਨੂੰ ਆਪ ਮੈਦਾਨੇ ਜੰਗ ਦੇ ਅੰਦਰ ਨਿਤਰਨ ਬਾਰੇ ਜਿਹੜਾ ਹੈ ਸਤਿਗੁਰੂ ਜੀ ਇਉਂ ਸੋਚ ਚੁੱਕੇ ਹੈ। ਫਿਰ ਭਾਈ ਦਇਆ ਸਿੰਘ ਸਾਹਿਬ ਜੀ ਨੇ ਸਿੰਘਾਂ ਨਾਲ ਗੁਰਮਤਾ ਕਰਨਾ ਅਤੇ ਸਿੰਘਾਂ ਨੂੰ ਇਹ ਸਾਰਿਆਂ ਨੂੰ ਨਾਲ ਲੈ ਕਰਕੇ ਸਲਾਹ ਕਰਨੀ ਕਿ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੀਏ ਕਿ ਮਹਾਰਾਜ ਆਪ ਕਿਰਪਾ ਕਰਕੇ ਕਿਲ੍ਹਾ ਛੱਡ ਦਿਓ, ਕਿਉਂਕਿ ਜਦੋਂ ਆਪ ਬਾਹਰ ਚਲੇ ਜਾਓਗੇ ਸਾਡੇ ਵਰਗੇ ਮਹਾਰਾਜ ਬੇਅੰਤ ਹੋਰ ਖਾਲਸੇ ਪੈਦਾ ਕਰ ਲਓਗੇ। ਪਰ ਮਹਾਰਾਜ ਜੀ ਆਪ ਦੇ ਸ਼ਹੀਦ ਹੋ ਜਾਣ ਨਾਲ ਇੱਥੇ ਬਹੁਤ ਵੱਡਾ ਪੰਥ ਨੂੰ ਘਾਟਾ ਪਵੇਗਾ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਬੇਨਤੀ ਕਰੀਏ। ਜਦੋਂ ਫਿਰ ਭਾਈ ਦਇਆ ਸਿੰਘ ਸਾਹਿਬ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਆ ਕਰਕੇ, ਇਹ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਹਜੂਰ ਨੂੰ ਜਦੋਂ ਆ ਕਰਕੇ ਬੇਨਤੀ ਕੀਤੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੇ ਰੋਹ ਨਾਲ ਆਖਿਆ, ਭਾਈ ਦਇਆ ਸਿੰਘ ਜੀ ਕਿਵੇਂ ਅਸੀਂ ਇੱਥੋਂ ਛੱਡ ਕਰਕੇ ਚਲੇ ਜਾਈਏ, ਜਿੱਥੇ ਸਾਡੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋਏ, ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ, ਦਿਨ ਚੜ੍ਹਦੇ ਨੂੰ ਅਸੀਂ ਆਪ ਯੁੱਧ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਦ੍ਰਿੜ ਇਰਾਦਾ ਵੇਖ ਕਰਕੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਫਿਰ ਸਿੰਘਾਂ ਨਾਲ ਗੁਰਮਤਾ ਕੀਤਾ ਕਿ ਆਪਾਂ ਹੁਣ ਜਿਹੜਾ ਹੈ ਇੱਕ ਇਕੱਲੇ ਕਰਕੇ ਬੇਨਤੀ ਨਾ ਕਰੀਏ। ਸੱਚੇ ਪਾਤਸ਼ਾਹ ਜੀ ਨੇ ਆਪ ਪੰਜਾਂ ਨੂੰ ਮਾਨਤਾ ਦਿੱਤੀ ਹੈ ਤੇ ਗੁਰੂ ਸਾਹਿਬ ਜੀ ਦੇ ਅੱਗੇ ਆਪਾਂ 5 ਸਿੰਘ ਰੂਪ ਹੋ ਕਰਕੇ ਬੇਨਤੀ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਫਿਰ 5 ਸਿੰਘਾਂ ਸਮੇਤ ਆ ਕਰਕੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਹੈ। ਕਈ ਇਉਂ ਇਤਿਹਾਸਕਾਰ ਕਹਿੰਦੇ ਆ ਕਿ ਮਹਾਰਾਜ ਨੂੰ ਹੁਕਮ ਕੀਤਾ ਹੈ, ਨਹੀਂ ਪਿਤਾ ਜੀ ਨੂੰ ਵੱਡੀ ਤੋਂ ਵੱਡੀ ਬੇਨਤੀ ਤਾਂ ਪੁੱਤ ਕਰ ਹੀ ਸਕਦਾ, ਪਰ ਹੁਕਮ ਨਹੀਂ ਕਦੇ ਪਿਤਾ ਨੂੰ ਕੀਤਾ ਜਾ ਸਕਦਾ। ਸੱਚੇ ਪਾਤਸ਼ਾਹ ਜੀ ਦੇ ਅੱਗੇ ਭਾਈ ਦਇਆ ਸਿੰਘ ਸਾਹਿਬ ਨੇ ਜਦੋਂ 5 ਦੇ ਵਿੱਚ ਰੂਪ ਵਿੱਚ ਆ ਕਰਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਦੇ ਨੇਤਰ ਇਉਂ ਝੁਕ ਗਏ 5 ਪਿਆਰਿਆਂ ਦੇ ਅੱਗੇ, ਜਿਵੇਂ ਕੋਈ ਦਰਬਾਰੀ ਆਪਣੇ ਸਾਹਿਬ ਦੇ ਅੱਗੇ ਸਲਾਮ ਕਰ ਰਿਹਾ ਹੋਵੇ
ਕਿਉਂਕਿ ਪੰਜਾਂ ਨੂੰ ਸਤਿਗੁਰਾਂ ਜੀ ਨੇ ਵੱਡੀ ਮਾਨਤਾ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਫਿਰ ਇਹ ਸਿੰਘਾਂ ਦੇ ਬੇਨਤੀ ਕਰਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰਾ ਕੀਤਾ ਹੈ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਦੋਂ ਪੰਜਾਂ ਸਿੰਘਾਂ ਨੂੰ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਜਿਹੜਾ ਹੈ ਪੰਥ ਨੂੰ ਗੁਰਿਆਈ ਦਿੰਦੇ ਆ। ਸੱਚੇ ਪਾਤਸ਼ਾਹ ਗਰੀਬ ਨਿਵਾਜ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਜਿਵੇਂ ਬਖਸ਼ਿਸ਼ ਕਰਦੇ ਆ ਪੰਜਾਂ ਪਿਆਰਿਆਂ ਨੂੰ, ਇਹ ਸਤਿਗੁਰੂ ਜੀ ਦਾ ਜਿਹੜਾ ਅੱਜ ਦਾ ਸੋ ਸ਼ੇਸ਼ ਸਮਾਂ ਹੈ ਉਹ ਆਪਾਂ ਇਤਿਹਾਸ ਜਿਹੜਾ ਕਵੀਰਾਜ ਜਿਵੇਂ ਦੱਸ ਰਹੇ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਸਾਹਿਬ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਧਿਆ ਭਈ ਭਪੀਖਨਾ। ਬਹੁਤ ਭਿਆਨਕ ਜਿਹੜੀ ਸੀ ਸ਼ਾਮ ਹੋਈ ਹੈ ਤੇ ਸੂਰਜ ਅਸਤ ਹੋਇਆ ਹੈ, ਹਨੇਰਾ ਪਸਰ ਗਿਆ ਏ। ਬੋਲਤ ਬ੍ਰਿੰਦ ਗੁਮਾਏ। ਬਹੁਤ ਜ਼ਿਆਦੇ ਗਿੱਦੜ ਜਿਹੜੇ ਆ ਆਲੇ ਦੁਆਲੇ ਬੋਲਦੇ ਨੇ। ਪੰਚ ਬੀਰ ਗੁਰ ਤੀਰ ਤਬ। ਸੱਚੇ ਪਾਤਸ਼ਾਹ ਜੀ ਦੇ ਕੋਲ 5 ਸੂਰਬੀਰ ਯੋਧੇ ਤੇ ਸਮੇਂ ਖੜੇ ਹਨ। ਤਿਨ ਕਵ ਨਾਮ ਸੁਨਾਏ। ਕਵੀ ਜੀ ਕਹਿੰਦੇ ਅਸੀਂ ਉਹਨਾਂ ਦਾ ਨਾਮ ਸੁਣਾਉਂਦੇ ਆ। ਸਵਈਆ ਛੰਦ ਦਇਆ ਸਿੰਘ ਅਰ ਧਰਮ ਸਿੰਘ ਜੀ। ਤੇ ਇਹ ਕੌਣ ਹਨ 5 ਸਿੰਘ ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਗੁਰਿਆਈ ਬਖਸ਼ਿਸ਼ ਕੀਤੀ ਹੈ ਪੰਥ ਨੂੰ। ਉਹਨਾਂ ਵਿੱਚ 5 ਸਿੰਘਾਂ ਵਿੱਚ ਕੌਣ ਨੇ? ਇਹ ਭਾਈ ਦਇਆ ਸਿੰਘ ਸਾਹਿਬ ਜੀ ਹੈ, ਭਾਈ ਧਰਮ ਸਿੰਘ ਸਾਹਿਬ ਜੀ ਹੈ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੇ ਜਦੋਂ ਸੀਸ ਦਿੱਤੇ ਹੈ ਮਹਾਰਾਜ ਨੇ ਉਦੋਂ ਹੀ ਆਪਣਾ ਆਪ ਸੌਂਪ ਦਿੱਤਾ, ਪਰ ਰਸਮੀ ਤੌਰ ਤੇ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਜੋ ਬਖਸ਼ਿਸ਼ ਕੀਤੀ ਹੈ ਉਹ ਚਮਕੌਰ ਸਾਹਿਬ ਦੀ ਕੱਚੀ ਗੜੀ ਵਾਲਾ ਥਾਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਇਹੋ ਜਿਹਾ ਸਤਿਗੁਰਾਂ ਜੀ ਨੇ ਮਹਾਨ ਜਿਹੜਾ ਹੈ ਬਖਸ਼ਿਸ਼ ਕੀਤੀ ਹੈ ਉਹ ਭਾਈ ਦਇਆ ਸਿੰਘ ਸਾਹਿਬ ਜੀ ਹੈ, ਭਾਈ ਧਰਮ ਸਿੰਘ ਸਾਹਿਬ ਹਨ। ਮਾਨ ਸਿੰਘ ਤੀਜੋ ਬਰ ਵੀਰ। ਤੇ ਭਾਈ ਮਾਨ ਸਿੰਘ ਜੀ ਤੀਸਰੇ ਬੜੇ ਸ੍ਰੇਸ਼ਟ ਸੂਰਬੀਰ ਯੋਧੇ। ਸੰਗਤ ਸਿੰਘ ਸੰਤ ਸਿੰਘ ਪੰਚਮ। ਤੇ ਭਾਈ ਸੰਗਤ ਸਿੰਘ ਜੀ ਤੇ 5ਵੇਂ ਭਾਈ ਸੰਤ ਸਿੰਘ ਜੀ। ਤਿਨੋਂ ਬਿਠਾਇਓ ਦੇ ਕਰ ਧੀਰ। ਸੱਚੇ ਪਾਤਸ਼ਾਹ ਨੇ ਧੀਰਜ ਦੇ ਕਰਕੇ ਤਿਨਾਂ ਨੂੰ ਬਿਠਾਉਣਾ ਕੀਤਾ। ਗੁਰਤਾ ਅਰਪਨ ਲਰੀ ਖਾਲਸੇ। ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਨੂੰ ਆਪਣੇ ਪੰਥ ਨੂੰ ਸੱਚੇ ਪਾਤਸ਼ਾਹ ਜੀ ਗੁਰਤਾ ਅਰਪਣ ਕਰਨ ਲੱਗੇ। ਪੰਚ ਸਿੰਘ ਤਹ ਸੋਹੇ ਸਰੀਰ। 5 ਸਿੰਘਾਂ ਦੇ ਜਿਹੜੇ ਸਰੀਰ ਆ ਉੱਥੇ ਸ਼ੋਭਾ ਪਾ ਰਹੇ ਆ, 5 ਸਿੰਘ ਖੜੇ ਸ਼ੋਭਾ ਪਾ ਰਹੇ ਹਨ। ਪੰਚੋ ਮੈਂ ਨਿਤ ਵਰਤਤ ਮੈਂ ਹਾਂ। ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਇਹ ਆਗਿਆ ਕੀਤੀ ਹੈ ਖਾਲਸਾ ਜੀ 5 ਦੇ ਅੰਦਰ ਸਦਾ ਹੀ ਅਸੀਂ ਆਪ ਵਰਤਦੇ ਹਾਂ। ਇਹ ਮਹਾਰਾਜ ਨੇ ਵਾਕ ਕਹੇ ਸੀ ਸਿੱਖ ਪੰਚਨ ਮੈਂ ਮੇਰੋ ਵਾਸਾ। 5 ਸਿੰਘਾਂ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਆਪਣਾ ਵਾਸ ਹੈ। ਪੰਚ ਮਿਲਹੇ ਸੇ ਪੀਰਨ ਪੀਰ। ਜਿੱਥੇ 5 ਸਿੰਘ ਸਾਡੇ ਮਿਲ ਜਾਣ ਸਤਿਗੁਰੂ ਜੀ ਕਹਿੰਦੇ ਉਸ ਤੋਂ ਵੱਡਾ ਕੋਈ ਪੀਰ ਨਹੀਂ ਹੋ ਸਕਦਾ। ਪੀਰਾਂ ਦੇ ਪੀਰ ਹਨ ਜਿਹੜੇ ਜਿੱਥੇ 5 ਸਿੰਘ ਮਿਲ ਜਾਣ। ਗੁਰ ਘਰ ਕੀ ਮਿਰਜ਼ਾਦਾ ਪੰਚੋ। ਗੁਰੂ ਘਰ ਦੀ ਇਹ ਮਰਿਆਦਾ ਬੰਨ੍ਹ ਦਿੱਤੀ ਹੈ 5 ਦੀ। ਇਹ ਸੱਚੇ ਪਾਤਸ਼ਾਹ ਜੀ ਨੇ ਪੰਚ ਪ੍ਰਧਾਨੀ ਰਾਜ ਗਰੀਬ ਨਵਾਜ ਨੇ ਕਾਇਮ ਕੀਤਾ। ਪੰਚੋ ਪਾਹੁਲ ਪੂਰਬ ਪੀਨ। ਮਹਾਰਾਜ ਕਹਿੰਦੇ ਭਾਈ 5 ਨੇ ਜੋ ਪਹਿਲਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਇਹ ਪੰਚਾਂ ਦਾ ਪ੍ਰਧਾਨਤਾ ਵਾਲਾ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਰੁਤਬਾ ਆਪਣੇ ਘਰ ਦੇ ਅੰਦਰ ਕਾਇਮ ਕੀਤਾ ਹੈ। ਹੋਏ ਤਨਖਾਹੀਆ ਬਖਸ਼ੇ ਪੰਚੋ। ਜੇ ਕੋਈ ਸਿੱਖ ਕੋਲੋਂ ਗਲਤੀ ਹੋ ਜਾਵੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ 5 ਪਿਆਰੇ ਹੀ ਬਖਸ਼ ਸਕਦੇ ਨੇ ਕਿਉਂਕਿ ਮਹਾਰਾਜ ਆਪ ਹਨ ਨਾ ਫਿਰ ਸਤਿਗੁਰੂ ਜੀ ਜਿਹਨੂੰ ਚਾਹਣ ਬਖਸ਼ ਸਕਦੇ ਹਨ। ਮਹਾਰਾਜ ਕਹਿੰਦੇ ਕੋਈ ਤਨਖਾਹੀਆ ਹੋ ਜਾਵੇ ਗਲਤੀ ਕਰ ਲਵੇ ਤੇ 5 ਸਿੰਘ ਉਹਨੂੰ ਬਖਸ਼ਣ ਦੀ ਸਮਰੱਥਾ ਰੱਖਦੇ ਆ। ਪਾਹੁਲ ਦੇ ਮਿਲ ਪੰਚ ਪ੍ਰਬੀਨ। ਤੇ ਉਹ ਅੰਮ੍ਰਿਤ ਦੇ ਕਰਕੇ ਜਿਹੜੇ ਹਨ ਪ੍ਰਬੀਨ ਸਿਆਣੇ 5 ਪਿਆਰੇ ਆਪਣੇ ਵਿੱਚ ਫਿਰ ਅਭੇਦ ਕਰ ਲੈਣ। ਲਖੋ ਪੰਚ ਕੀ ਵੱਡ ਵਡਿਆਈ। ਜਾਣੋ ਖਾਲਸਾ ਜੀ 5 ਦੀ ਵੱਡੀ ਵਡਿਆਈ ਹੈ। ਪੰਚ ਕਰਹਿ ਸੋ ਨਿਫਲ ਨਾ ਚੀਨ। ਜੋ 5 ਪਿਆਰੇ ਕਹਿ ਦੇਣਗੇ ਉਸ ਨੂੰ ਨਿਸਫਲ ਨਾ ਜਾਣਿਆ ਕਰਿਓ। 5 ਦੇ ਕਹੇ ਹੋਏ ਵਾਕ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਨਿਸਫਲ ਨਾ ਸਮਝਿਓ, ਸਦਾ ਹੀ ਉਹ
ਅਚੂਕ ਵਾਕ ਹੋਵੇਗਾ, ਪੂਰਾ ਹੋ ਜਾਵੇਗਾ। ਭੋਜਨ ਛਾਦਨ ਪੰਚਨ ਅਰਪਹਿ, ਜਿਹੜਾ ਪੰਜਾਂ ਨੂੰ ਮਹਾਰਾਜ ਕਹਿੰਦੇ ਭੋਜਨ ਵਸਤਰ ਅਰਪਣ ਕਰੇਗਾ, ਅਰਜ਼ ਕਰਹਿ ਤਿਨ ਬਾਂਛਤ ਲੀਨ, ਜੋ ਵੀ ਅਰਜ਼ੋਈ ਕਰੇਗਾ ਮਨ ਪਾਉਂਦੇ ਫਲ ਉਹਨੂੰ ਪ੍ਰਾਪਤ ਹੋ ਜਾਣਗੇ। ਇਮ ਪਾਂਚਨ ਕੀ ਮਹਿਮਾ ਕਹਿ ਕੈ, ਇਉਂ ਪੰਜਾਂ ਦੀ ਮਹਿਮਾ ਸਤਿਗੁਰਾਂ ਜੀ ਨੇ ਕਹਿ ਕਰਕੇ ਤੀਨ ਪ੍ਰਕਰਮਾ ਫਿਰ ਕਰ ਦੀਨ। ਸੱਚੇ ਪਾਤਸ਼ਾਹ ਜੀ ਨੇ ਇੱਥੇ ਕਵਿਰਾਜ ਜੀ ਨੇ 3 ਪ੍ਰਕਰਮਾਂ ਦਾ ਜ਼ਿਕਰ ਕੀਤਾ। ਉਹਦਾ ਇਤਿਹਾਸ ਵਿੱਚ 4 ਪ੍ਰਕਰਮਾਂ ਦਾ ਜ਼ਿਕਰ ਆਉਂਦਾ ਹੈ। ਤੇ ਜਦੋਂ ਸਤਿਗੁਰਾਂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਨਵਾਜ ਜੀ ਨੇ ਗੁਰਿਆਈ ਜਿਹੜੀ ਆ ਉਹ ਬਖਸ਼ੀ ਹੈ, ਸੱਚੇ ਪਾਤਸ਼ਾਹ ਨੇ ਉਦੋਂ 5 ਪ੍ਰਕਰਮਾਂ ਗਰੀਬ ਨਵਾਜ ਸਤਿਗੁਰਾਂ ਜੀ ਨੇ ਕੀਤੀਆਂ ਹਨ। ਇਉਂ ਮਹਾਰਾਜ ਨੇ ਪੰਜਾਂ ਪਿਆਰਿਆਂ ਤੇ ਇਹ ਬਖਸ਼ਿਸ਼ ਕੀਤੀ ਹੈ, ਪੰਥ ਨੂੰ ਮਾਣ ਬਖਸ਼ਿਆ ਹੈ, ਪ੍ਰਕਰਮਾਂ ਕੀਤੀਆਂ ਨੇ। ਅਰਪੇ ਸ਼ਸਤਰ ਜਿਗਾ ਅਰ ਕਲਗੀ, ਸੱਚੇ ਪਾਤਸ਼ਾਹ ਨੇ ਆਪਣੀ ਜਿਗਾ ਅਤੇ ਕਲਗੀ ਸਾਹਿਬ ਅਤੇ ਮਹਾਰਾਜਾ ਆਪਣੇ ਸ਼ਸਤਰ ਜਿਹੜੇ ਹੈ ਉਹ ਬਖਸ਼ਿਸ਼ ਕੀਤੇ ਨੇ। ਨਿਜ ਕਰ ਤੇ ਸਿਰ ਬੰਧਨ ਕੀਨ, ਆਪਣੇ ਘਰ ਕਮਲਾਂ ਨਾਲ ਮਹਾਰਾਜ ਨੇ ਸੀਸ ਤੇ ਸਜਾਉਣਾ ਕੀਤੀ ਹੈ। ਸੰਸਾਰ ਦੇ ਅੰਦਰ ਐਸਾ ਕੋਈ ਪੀਰ ਪੈਗੰਬਰ ਨਹੀਂ ਹੋਇਆ ਜਿਨਨੇ ਆਪਣੀ ਉਮਤ ਦੀਆਂ ਹੀ ਪ੍ਰਕਰਮਾਂ ਕੀਤੀਆਂ ਹੋਣ। ਆਪਣੇ ਹੀ ਜਿਹੜੇ ਸਿੱਖਾਂ ਨੂੰ ਜਿਹੜੀ ਏਡੀ ਪ੍ਰਧਾਨਤਾ ਦਿੱਤੀ ਹੋਵੇ ਕਿ ਖਾਲਸਾ ਜੀ ਤੁਸੀਂ ਮੇਰੇ ਸਤਿਗੁਰੂ ਸਰੂਪ ਹੋ। ਪੰਜਾਂ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕਰਦਿਆਂ ਹੋਇਆਂ ਪ੍ਰਕਰਮਾਂ ਕੀਤੀਆਂ। ਸੱਚੇ ਪਾਤਸ਼ਾਹ ਜੀ ਨੇ ਉਹ ਆਪਣੀ ਸ਼ਾਹੀ ਕਲਗੀ ਤੋੜਾ ਮਹਾਰਾਜ ਨੇ ਸੀਸ ਤੇ ਸਜਾਉਣਾ ਕੀਤਾ। ਸ਼ਸਤਰ ਗਾਤਰੇ ਤਬ ਪਹਿਰਾਏ, ਤਦੋਂ ਸ਼ਸਤਰ ਮਹਾਰਾਜ ਜੀ ਨੇ ਗਾਤਰੇ ਪਹਿਰਾਉਣਾ ਕੀਤੇ। ਕਟ ਕਸਾਏ ਕਰ ਬਿਲਮ ਬਹੀਨ, ਤੇ ਕਮਰ ਕੱਸੇ ਕੱਸ ਲਏ ਐ ਸਿੰਘਾਂ ਨੇ ਦੇਰੀ ਤੋਂ ਬਿਨਾਂ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਕੀ ਚੀਨ। ਉੱਚੇ ਸਤਿਗੁਰਾਂ ਜੀ ਨੇ ਫਿਰ ਸਿੰਘਾਂ ਨੂੰ ਜਿਹੜੀ ਹੈ ਰਸਮ ਕੀਤੀ ਹੈ ਤੇ ਹਜੂਰ ਨੇ ਗੱਜ ਕੇ ਸਾਰੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਗਜਾਈ ਹੈ। ਪੰਚੋਹ ਸਿੰਘਨ ਹਾਥ ਜੋੜ ਕਹਿ, ਪੰਜੇ ਸਿੰਘਾਂ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਰਾਵਰ ਚਰਨਨ ਅਰਪੇ ਸੀਸ, ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਆਪ ਦੇ ਸੀਸ ਅਰਪਣਾ ਕੀਤੇ। ਹਮ ਜੈਸੇ ਤੁਮ ਕਹੋ ਜਨ ਲਾਖੋ, ਸੱਚੇ ਪਾਤਸ਼ਾਹ ਜੀ ਅਸੀਂ ਤਾਂ ਰੁਲਦੇ ਫਿਰਦੇ ਗਰੀਬ ਮਹਾਰਾਜ, ਸਾਡੇ ਵਰਗੇ ਤਾਂ ਆਪ ਜੀ ਨੂੰ ਲੱਖਾਂ ਕਰੋੜਾਂ ਹੀ ਹਨ ਸੱਚੇ ਪਾਤਸ਼ਾਹ ਜੀ। ਹਮ ਕੋ ਤੁਮ ਏਕੈ ਜਗਦੀਸ਼, ਮਹਾਰਾਜ ਪਰ ਸਾਡੇ ਵਾਸਤੇ ਤਾਂ ਆਪ ਇੱਕੋ ਹੀ ਸਾਡੇ ਮਾਲਕ ਹੋ ਸੱਚੇ ਪਾਤਸ਼ਾਹ, ਸਾਨੂੰ ਕੌਣ ਹੈ ਤੁਹਾਡੇ ਤੋਂ ਬਿਨਾ ਹੋਰ। ਬ੍ਰਿੰਦ ਕਿਰਪਾਲ ਕਿਰਪਾ ਕਰ ਤਾਰੇ, ਸੱਚੇ ਪਾਤਸ਼ਾਹ ਆਪ ਜੀ ਨੇ ਵੱਡੀ ਕਿਰਪਾ ਕਰਕੇ ਆਪ ਜੀ ਕਿਰਪਾ ਦੇ ਘਰੋਂ ਮਹਾਰਾਜ ਸਾਨੂੰ ਲੱਖਾਂ ਨੂੰ ਤਾਰਿਆ ਏ। ਰਾਮਚੰਦ ਜਿਮ ਕਾਨਨ ਕੀਸ, ਮਹਾਰਾਜ ਜਿਵੇਂ ਬਾਂਦਰਾਂ ਦਾ ਉਧਾਰ ਕੀਤਾ ਸੀ ਨਾ ਸ਼੍ਰੀ ਰਾਮਚੰਦਰ ਨੇ, ਇਹ ਇੱਕ ਅੰਗੀ ਦ੍ਰਿਸ਼ਟਾਨ ਦੇ ਕੇ ਕਵੀਰਾਜ ਕਹਿੰਦੇ ਮਹਾਰਾਜ ਸਾਨੂੰ ਤਾਂ ਬਹੁਤਿਆਂ ਨੂੰ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਤਾਰਿਆ ਏ। ਜਿਮ ਤੁਮ ਵੱਡੇ ਵੱਡੀ ਵਡਿਆਈ, ਜਿਵੇਂ ਮਹਾਰਾਜ ਆਪ ਵੱਡੇ ਹੋ ਆਪ ਦੀ ਵਡਿਆਈ ਵੀ ਵੱਡੀ ਹੈ ਸੱਚੇ ਪਾਤਸ਼ਾਹ ਜੀ। ਗਰੀਬਾਂ ਨੂੰ ਨਿਮਾਣਿਆਂ ਨੂੰ ਆਪ ਜੀ ਨੇ ਮਾਣ ਦਿੱਤਾ ਏ। ਕੌਣ ਸਕੈ ਲਖ ਸਭ ਗੁਣ ਧੀਸ਼, ਸੱਚੇ ਪਾਤਸ਼ਾਹ ਜੀ ਕੌਣ ਲੱਖ ਸਕਦਾ, ਕੌਣ ਜਾਣ ਸਕਦਾ, ਆਪ ਜੀ ਸਾਰੇ ਹੀ ਗੁਣਾਂ ਦੇ ਸੁਆਮੀ ਮਾਲਕ ਹੋ। ਇਮ ਸੁਨ ਸ੍ਰੀ ਮੁਖ ਤੇ ਫੁਰਮਾਇਓ, ਇਉਂ ਸੁਣ ਕੇ ਸੱਚੇ ਪਾਤਸ਼ਾਹ ਨੇ ਆਪਣੇ ਸ਼੍ਰੀ ਮੁਖ ਤੋਂ ਕਹਿਣਾ ਕੀਤਾ। ਹਤਨ ਰਿਪਨ ਕੋ ਬਨ ਸਵਦਾਨ, ਮਹਾਰਾਜ ਨੇ ਕਿਹਾ ਖਾਲਸਾ ਜੀ ਹੁਣ ਸਾਵਧਾਨ ਹੋ ਜਾਓ ਦੁਸ਼ਮਣ ਨੂੰ ਨਾਸ਼ ਕਰਨ ਵਾਸਤੇ। ਤਰਕਸ਼ ਭਰੇ ਪਰੇ ਜੋ ਹੀਰੋ, ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੇ ਪੱਥੇ ਭਰੇ ਹੋਏ ਤੀਰਾਂ ਦੇ ਵੇਖਦੇ ਹੋ, ਆਨੇ ਖੱਚਰ ਪਰ ਗਨਬਾਨ, ਜਿਹੜੇ ਤੀਰ ਭਰੇ ਹੋਈਆਂ ਖੱਚਰਾਂ ਲਿਆਂਦੀਆਂ ਸੀਗੀਆਂ ਨਾਲ। ਵਰਖਾ ਕਰੋ ਚਾਰ ਹੂੰ ਔਰਨ, ਚਾਹਾਂ ਪਾਸਿਆਂ ਤੋਂ ਮਹਾਰਾਜ ਕਹਿੰਦੇ ਤੀਰਾਂ ਦੀ ਵਰਖਾ ਕਰਨਾ ਕਰਿਓ। ਮੋਰਚਾ ਬੰਦੀ ਮਹਿ ਤੁਰਕਾਨ, ਮੋਰਚਾ ਬੰਦੀ ਦੇ ਅੰਦਰ ਡਟ ਕਰਕੇ ਤੁਰਕਾਂ ਦੀ ਫੌਜ ਨੂੰ ਪਛਾੜਨਾ ਕਰਿਓ। ਲੈ ਆਡਨ ਟਿਕੇ ਵੱਡੇ ਬਿਰਜੇ, ਤੇ ਜਿਹੜੇ ਇਹ ਤੁਰਕਾਂ ਦੇ ਸੈਨਾਪਤੀ ਹੈ ਵੱਡੇ ਵੱਡੇ, ਇਹ ਬਾਹਰ
ਆਡਾਂ ਲੈ ਲੈ ਕੇ ਪੱਥਰਾਂ ਦੀਆਂ ਉੱਥੇ ਮੋਰਚਾ ਬੰਦੀ ਕਰ ਬੈਠੇ ਐ। ਦੀਖਤ ਸੇ ਕੀਜਹਿ ਹਾਨ। ਮਹਾਰਾਜ ਕਹਿੰਦੇ ਜਿਹੜਾ ਸਿਰ ਉਠਾਉਂਦਾ ਦਿਖੇਗਾ ਉਸੇ ਵੇਲੇ ਤੀਰ ਮਾਰ ਕੇ ਨਾਸ਼ ਕਰਨਾ ਕਰਿਓ। ਅਰੇ ਰਹੋ ਗੱਡ ਮਹਿ ਤੁਮ ਦੋਨੋਂ। ਤੇ ਇਉਂ ਸਤਿਗੁਰੂ ਜੀ ਕਹਿੰਦੇ ਆ ਭਾਈ ਦੋ ਤਾਂ ਸਿੰਘ ਕਿਲੇ ਵਿੱਚ ਹੀ ਅੜੇ ਰਹਿਣਾ ਕਰਿਓ। ਹਮ ਨਿਕਸਹਿ ਸਭ ਕੇ ਬਚਮਾਨ। ਤੇ ਜਿਵੇਂ ਸਾਨੂੰ ਖਾਲਸੇ ਨੇ ਹੁਣ ਇਹ ਆਗਿਆ ਕੀਤੀ ਹੈ, ਜਿਵੇਂ ਸਿੰਘਾਂ ਬੇਨਤੀ ਕੀਤੀ ਹੈ, ਅਸੀਂ ਸਭ ਦਾ ਹੁਣ ਬਚਨ ਮੰਨ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਰਦੇ ਹਾਂ। ਤੀਨੋਂ ਸਿੰਘ ਸੰਗ ਰਹਿ ਹਮਰੇ। ਤਿੰਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਗਰੀਬ ਨਵਾਜ ਜੀ ਨੇ ਕਿਹਾ, ਕਿਉਂਕਿ ਭਾਈ ਦਇਆ ਸਿੰਘ ਸਾਹਿਬ ਜੀ ਨੇ ਕਿਹਾ ਸੀ ਮਹਾਰਾਜ ਆਪ ਜੀ ਦੇ ਨਾਲ ਕੌਣ ਕੌਣ ਜਾਵੇਗਾ ਇਹਦੀ ਚੋਣ ਆਪ ਜੀ ਨੇ ਕਰਨੀ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਤਿੰਨ ਸਿੰਘ ਸਾਡੇ ਨਾਲ ਚੱਲਣਗੇ। ਦਇਆ ਸਿੰਘ ਇੱਕ ਬੁੱਧ ਮਹਾਨ। ਇੱਕ ਭਾਈ ਦਇਆ ਸਿੰਘ ਸਾਹਿਬ ਜੀ ਜਿਹੜੇ ਅਕਲ ਦੇ ਵਿੱਚ ਬੁੱਧੀ ਵਿੱਚ ਜਿਹੜੇ ਵੱਡੇ ਹੀ ਮਹਾਨ ਹੋਣ ਵੀ ਕਿਉਂ ਨਾ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਮੇਰੇ ਵਿੱਚ ਤੇ ਭਾਈ ਦਇਆ ਸਿੰਘ ਵਿੱਚ ਕੋਈ ਫਰਕ ਨਹੀਂ ਹੈ, ਸਾਡਾ ਬਚਨ ਭਾਈ ਦਇਆ ਸਿੰਘ ਦਾ ਬਚਨ ਹੈ। ਭਾਈ ਦਇਆ ਸਿੰਘ ਦਾ ਬਚਨ ਮਹਾਰਾਜ ਕਹਿੰਦੇ ਸਾਡਾ ਹੀ ਬਚਨ ਹੈ। ਜਿਨ੍ਹਾਂ ਨੂੰ ਐਡੀ ਬਖਸ਼ਿਸ਼ ਕੀਤੀ ਹੋਵੇ ਉਹ ਕਿਉਂ ਨਾ ਸਿਆਣੇ ਹੋਣ, ਬ੍ਰਹਮ ਗਿਆਨੀ ਹਨ। ਇਨ ਕਰਨੇ ਹੈ ਕਾਰਜ ਕੀਤਕ। ਮਹਾਰਾਜ ਨੇ ਕਿਹਾ ਖਾਲਸਾ ਜੀ ਭਾਈ ਦਇਆ ਸਿੰਘ ਨੂੰ ਇਸ ਕਰਕੇ ਲੈ ਚੱਲੇ ਆ ਕਿਉਂਕਿ ਇਹਨਾਂ ਨੇ ਕਿੰਨੇ ਕੁ ਕਾਰਜ ਅਜੇ ਕਰਨੇ ਆ। ਦੇਸ਼ ਵਿਦੇਸ਼ਨ ਮਹਿ ਚੱਲ ਜਾਣ। ਦੇਸ਼ਾਂ ਵਿਦੇਸ਼ਾਂ ਵਿੱਚ ਚੱਲ ਕਰਕੇ ਜਾਣਗੇ। ਨੌ ਰੰਗ ਕੋ ਇੱਕ ਰੰਗ ਰਹਿ ਨਹਿ। ਇਹ ਜਿਹੜਾ ਨਰੰਗਾ ਨਾ ਹੁਣ ਇਹਦੀ ਸਲਤਨਤ ਇੱਕ ਰੰਗ ਇੱਕ ਰਸ ਨਹੀਂ ਰਹੇਗੀ। ਪਠ ਇਸ ਕੋ ਹਮ ਕਰ ਹੈ ਹਾਨ। ਮਹਾਰਾਜ ਕਹਿੰਦੇ ਭੇਜਾਂਗੇ ਭਾਈ ਦਇਆ ਸਿੰਘ ਸਾਹਿਬ ਨੂੰ, ਇਹਨਾਂ ਦੇ ਹੱਥ ਚਿੱਠੀ ਭੇਜ ਕੇ ਨਾਸ਼ ਕਰ ਦਿਆਂਗੇ। ਹੁਣ ਮਾਨ ਸਿੰਘ ਵੱਡ ਵੀਰ ਧਰਮ ਸਿੰਘ। ਤੇ ਭਾਈ ਮਾਨ ਸਿੰਘ ਜੀ ਵੱਡੇ ਸੂਰਬੀਰ ਯੋਧੇ, ਤੇ ਭਾਈ ਧਰਮ ਸਿੰਘ ਜੀ ਜਿਨ੍ਹਾਂ ਨੇ ਦੂਸਰੇ ਥਾਂ ਤੇ ਉੱਠ ਕੇ ਸੀਸ ਦਿੱਤਾ ਸੀ ਜਦੋਂ ਮਹਾਰਾਜ ਪੰਥ ਸਾਜਿਆ ਸੀਗਾ। ਇਮ ਕਹਿ ਕਰ ਔਰ ਆਨੰਦ ਧਾਰ। ਇਉਂ ਸਤਿਗੁਰਾਂ ਜੀ ਨੇ ਕਿਹਾ। ਇਹ ਬਹੁਤ ਸਹਿਤ ਖੁਸ਼ੀ ਦੇ ਸਤਿਗੁਰਾਂ ਜੀ ਦੇ ਚਰਨ ਤੇ ਨਮਸਕਾਰ ਕਰਕੇ ਤੁਰੇ ਐ ਨਾਲ। ਦੂਰ ਦੂਰ ਲੱਗ ਜੰਗ ਪਰੇ ਮ੍ਰਿਤ। ਦੂਰ ਦੂਰ ਤੱਕ ਜੰਗ ਦਾ ਮੈਦਾਨ ਹੈ, ਲੋਥਾਂ ਦੇ ਢੇਰ ਹੀ ਲੱਗੇ ਪਏ ਐ। ਉਹ ਕਵਿਰਾਜ ਜੀ ਨੇ ਰੂਪਕ ਬੰਨ੍ਹਦਿਆਂ ਹੋਇਆਂ ਦੱਸਿਆ ਕਿ ਇੰਨੀ ਜ਼ਿਆਦੀ ਸੈਨਾ ਖਪਾ ਦਿੱਤੀ ਹੈ, ਇਉਂ ਲੱਗਦਾ ਜਿਵੇਂ ਲੋਥਾਂ ਦੀ ਹੀ ਕੰਧ ਕਰ ਦਿੱਤੀ ਹੈ। ਚਮਕੌਰ ਸਾਹਿਬ ਦੀ ਗੜੀ ਦੇ ਦੁਆਲੇ ਢੇਰ ਹੀ ਢੇਰ ਲੱਗੇ ਪਏ ਆ, ਜਿਵੇਂ ਲੋਥਾਂ ਦੀ ਕੰਧ ਹੀ ਖੜੀ ਹੋ ਗਈ ਹੋਵੇ। ਇਸ ਤਰ੍ਹਾਂ ਚਾਰ ਛਫੇਰੇ ਮੈਦਾਨੇ ਜੰਗ ਜਿਹੜਾ ਬੜਾ ਭਿਆਨਕ ਹੈ, ਲਹੂ ਮਿੱਝ ਦਾ ਚਿੱਕੜ ਹੋਇਆ ਪਿਆ ਹੈ। ਨੀਵੇਂ ਥਾਂ ਸਾਰੇ ਭਰ ਗਏ ਐ, ਗਿੱਦੜ ਮਾਸ ਖਾ ਖਾ ਕੇ ਉੱਚੀ ਉੱਚੀ ਕੂਕਦੇ ਐ। ਬਹੁਤ ਭਿਆਨਕ ਹੈ ਸਾਰਾ ਉਹ ਸੀਨ, ਜੇ ਕੋਈ ਕਾਇਰ ਵੇਖੇ ਤੇ ਉਹਦਾ ਹਿਰਦਾ ਹੀ ਪਾਟ ਜੇ, ਇਹੋ ਜਿਹਾ ਭਿਆਨਕ ਉਹ ਥਾਂ ਬਣਿਆ ਹੋਇਆ ਏ। ਹੋਤ ਪੁਕਾਰ ਹਜ਼ਾਰ ਸੁਮਾਰ। ਹਜ਼ਾਰ ਹਾਇਓ ਕਈ ਜ਼ਖਮੀ ਪੁਕਾਰ ਰਹੇ। ਹੁਣ ਕਿੰਨਿਆਂ ਕੁ ਨੂੰ ਉਠਾਉਣ, ਉਠਾਏ ਨਹੀਂ ਤੁਰਕਾਂ ਨੇ, ਆਪਣੇ ਜ਼ਖਮੀ ਵੀ ਸੰਭਾਲ ਨਹੀਂ ਕਰ ਸਕੇ। ਕਈ ਜ਼ਖਮ ਨਾਲ ਹੀ ਇੰਨੇ ਜ਼ਿਆਦੇ ਵਿਆਕੁਲ ਹੋ ਗਏ ਕਿ ਜ਼ਖਮ ਦੀ ਤਾਬ ਨਾ ਝੱਲਦੇ ਹੋਏ ਤਰਸ ਤਰਸ ਕੇ ਤੜਫ ਤੜਫ ਕੇ ਮਰੇ ਐ। ਕਈ ਇਉਂ ਕਰਾਉਂਦੇ ਆ, ਉੱਚੀ ਉੱਚੀ ਹਾਏ ਹਾਏ ਦੀਆਂ ਆਵਾਜ਼ਾਂ ਕਰਦੇ ਆ। ਕਈ ਹਜ਼ਾਰਨ ਕਈ ਤਲਾਵੇ। ਤੇ ਇਉਂ ਕਈ ਹਜ਼ਾਰ ਫੌਜਾਂ ਜਿਹੜੀਆਂ ਉੱਠ ਕਰਕੇ ਪਹਿਰਾ ਦੇ ਰਹੀਆਂ ਨੇ। ਫਿਰੈ ਚੋ ਗਿਰਦੇ ਧੌਂਸ ਤੁਕਾਰ। ਧੌਂਸਾ ਨਿੱਕਾ ਵੱਜ ਰਿਹਾ। ਚਾਰ ਛਫੇਰੇ ਗੜੀ ਦੇ ਜਿਹੜੀ ਹੈ ਚੌਕੀਦਾਰੀ ਕਰਦੇ ਹੋਏ ਇਉਂ ਜਿਹੜੇ ਦੋਵਾਂ ਪਾਸਿਆਂ ਤੋਂ ਸੈਨਾਵਾਂ ਜਿਹੜੀਆਂ ਨਾ ਚਾਰ ਛਫੇਰੇ ਇਹ ਫਿਰ ਕੇ ਪਹਿਰਾ ਦੇ ਰਹੇ ਹਨ। ਕਈ ਹਜ਼ਾਰ ਹੇਲ ਕੋ ਉਮਡੇ। ਤੇ ਕਈ ਹਜ਼ਾਰ ਹਾਈ ਸੈਨਾ ਜਦੋਂ ਹੱਲਾ ਕਰਕੇ ਚੜੀ ਸੀ ਇੱਕ ਵਾਰ। ਜਥਾ ਚੰਦ ਉਡਗਨ ਪਰਵਾਰ। ਇਸ ਤਰ੍ਹਾਂ ਪਏ ਸੀ ਚੜ ਕੇ ਜਿਸ ਤਰ੍ਹਾਂ ਕਹਿੰਦੇ ਚੰਦਰਮਾ ਪਰਵਾਰਿਆ ਹੁੰਦਾ ਨਾ, ਤਾਰੇ ਆਲੇ ਦੁਆਲੇ ਇਸ ਪ੍ਰਕਾਰ ਜਿਵੇਂ ਪਰਵਾਰੇ ਹੁੰਦੇ ਚੰਦਰਮਾ ਦੇ, ਇਉਂ ਚੜ ਕੇ ਆਏ ਸੀ ਗੁਰੂ ਸਾਹਿਬ ਨੂੰ ਪਕੜਨ ਵਾਸਤੇ। ਅੰਧਕਾਰ ਮਹਿ ਉਦਤ ਨਿਸਾਕਰ। ਤੇ ਹੁਣ ਅੰਧਕਾਰ ਹਨੇਰਾ ਹੈ, ਚਾਰ ਛਫੇਰੇ ਕੁਝ ਵੀ ਦਿਖਾਈ ਨਹੀਂ ਦਿੰਦਾ ਰਾਤ ਦੇ ਕਰਕੇ। ਖਿਰੀ ਚਾਂਦਨੀ ਚੌਹ ਦਿਸ ਚਾਰ। ਤੇ ਚਾਂਦਨੀ ਜਿਹੜੀ ਹੈ ਨਾ ਉਹਦਾ ਇਸ ਪ੍ਰਕਾਰ ਪ੍ਰਕਾਸ਼ ਚਾਰ ਛਫੇਰੇ ਮੱਧਮ ਜਿਹਾ ਪੈ ਰਿਹਾ ਏ। ਕਰਿਓ ਬਿਲੋਕਨ ਜਿਤ ਕਿਤ ਲਸ਼ਕਰ। ਜਿੱਧਰ ਕਿੱਧਰ ਸੱਚੇ ਪਾਤਸ਼ਾਹ ਜੀ ਨੇ ਵੇਖਣਾ ਕੀਤਾ, ਚਾਰ ਛਫੇਰੇ ਲਾਹੋ ਲਸ਼ਕਰੀ ਹੈ। ਜਿੱਥੇ ਮੈਦਾਨੇ ਜੰਗ ਹੈ ਉਸ ਤੋਂ ਹਟ ਕੇ ਲੋਥਾਂ ਤੋਂ ਤੇ ਇਹਨਾਂ ਨੇ ਜਿਹੜੇ ਆ ਪੜਾਅ ਕੀਤੇ ਹੋਏ ਆ,
ਸਾਰਾ ਹੀ ਚਾਰ ਚਫੇਰਾ ਜਿਹੜਾ ਉਹ ਸੈਨਾ ਨਾਲ ਭਰਿਆ ਪਿਆ ਏ। ਫੈਲ ਪਰਿਓ ਜਨ ਪਾਰਾਵਾਰ, ਜਿਹਦਾ ਕੋਈ ਪਾਰਾਵਾਰ ਕੋਈ ਅੰਤ ਸਿਰਾ ਨਹੀਂ ਆਉਂਦਾ, ਇੰਨਾ ਫਲਾਹ ਹੈ ਸੈਨਾ ਦਾ। ਧੁਖਤ ਪਲੀਤੇ ਬੜਵਾ ਲਾਟਨ, ਤੇ ਇਉਂ ਜਿਹੜੀਆਂ ਪਲੀਤੇ ਧੁਖਦੇ ਐ ਬੜਵਾ ਨਾਲ ਅੱਗ ਦੀ ਤਰ੍ਹਾਂ ਜਿਹੜੇ ਐ ਉਹ ਲਾਟਾਂ ਨਿਕਲਦੀਆਂ ਹਨ। ਬਾਜੀ ਨਕਰ ਕੇ ਨੇਜੇ ਮਾਰ, ਤੇ ਇਉਂ ਜਿਹੜੇ ਘੋੜੇ ਹਨ ਉਹ ਹਿਣਕਦੇ ਐ ਬੱਝੇ ਹੋਏ, ਜਿਹੜੇ ਮਗਰਮੱਛਾਂ ਦੀ ਤਰ੍ਹਾਂ ਸਮੁੰਦਰ ਦਾ ਅਲੰਕਾਰ ਬੰਨ੍ਹਦੇ ਆ ਨਾ ਕਵੀਰਾਜ। ਇਸ ਤਰ੍ਹਾਂ ਇਹ ਫੌਜ ਦਾ ਦੱਸਦੇ ਐ ਕਿ ਬਹੁਤ ਭਾਰੀ ਫੌਜ ਜਿਹੜੀ ਐ, ਤਲਾਵੇ ਜਿਹੜੇ ਪਹਿਰੇ ਦੇਣ ਵਾਲੇ ਐ ਉਹ ਤਕਰੀਬਨ 10,000 ਇੱਕ ਪਾਸੇ ਨੂੰ, 10,000 ਇੱਕ ਪਾਸੇ ਨੂੰ ਇਹ ਚਫੇਰਿਓਂ ਜਿਹੜਾ ਹੈ ਪਹਿਰਾ ਦੇ ਰਹੇ ਆ ਰਾਤ ਨੂੰ ਜਾਗ ਕਰਕੇ, ਕਿ ਦਿਨ ਚੜ੍ਹਦੇ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪਕੜਾਂਗੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੜ੍ਹੀ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਹੈ, ਉਸ ਸਮੇਂ ਦਾ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਚਰਨਾਂ ਵਾਲਾ ਜੋੜਾ ਉਤਾਰ ਦਿੱਤਾ। ਭਾਈ ਦਇਆ ਸਿੰਘ ਸਾਹਿਬ ਨੇ ਆਖਿਆ, ਮਹਾਰਾਜ ਆਪ ਚਰਨਾਂ ਦਾ ਜੋੜਾ ਕਿਉਂ ਉਤਾਰ ਰਹੇ ਹੋ? ਸਤਿਗੁਰੂ ਜੀ ਨੇ ਬਚਨ ਕਹੇ ਸੀ, ਭਾਈ ਦਇਆ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਸਾਡੇ ਸਿੰਘ ਵੀ ਸ਼ਹੀਦ ਹੋਏ ਪਏ ਹੋਣਗੇ, ਰਾਤ ਦੇ ਹਨੇਰੇ ਵਿੱਚ ਸਾਡਾ ਜੋੜਾ ਸਿੰਘਾਂ ਦੇ ਕੇਸਾਂ ਨੂੰ ਨਾ ਲੱਗ ਜਾਵੇ, ਇਸ ਕਰਕੇ ਜੋੜਾ ਉਤਾਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨਾ ਹਜੂਰ ਕੇਸਾਂ ਦਾ ਐਸੇ ਔਖੇ ਸਮੇਂ ਵਿੱਚ ਵੀ ਸਤਿਕਾਰ ਮਹਾਰਾਜ ਜੀ ਨੇ ਕਰਨ ਦੀ ਆਗਿਆ ਕੀਤੀ ਹੈ। ਜਦੋਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੜ੍ਹੀ ਨੂੰ ਛੱਡਿਆ ਹੈ ਤੇ ਸਤਿਗੁਰਾਂ ਜੀ ਨੇ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ, ਇੱਥੋਂ ਇਹ ਜਦੋਂ ਸਤਿਗੁਰੂ ਜੀ ਗੜ੍ਹੀ ਤੋਂ ਵੇਖੀਏ ਤੇ ਫਿਰ ਮਹਾਰਾਜ ਸਾਹਿਬ ਜੀ ਜਦੋਂ ਮਾਛੀਵਾੜੀ ਦੀ ਜਿਹੜੀ ਬਾਹੀ ਹੈ ਉਹ ਗੜ੍ਹੀ ਸਾਹਿਬ ਤੋਂ ਬਿਲਕੁਲ ਦੂਜੀ ਦਿਸ਼ਾ ਨੂੰ ਹੈ। ਇਹ ਰਣਨੀਤੀ ਮੁਤਾਬਕ ਸਤਿਗੁਰੂ ਜੀ ਨੇ ਜਦੋਂ ਪਹਿਲੋਂ ਸਿੱਧਾ ਉਧਰ ਨੂੰ ਮਹਾਰਾਜ ਗਏ ਹੈ ਤੇ ਗੁਰੂ ਸਾਹਿਬ ਨੇ ਫਿਰ ਭਾਵੇਂ ਕਿ ਇਹ ਕਿਹਾ ਸੀ ਮਹਾਰਾਜ ਚੁੱਪ ਕਰਕੇ ਜਾਣਾ, ਗੁਰੂ ਸਾਹਿਬ ਕਹਿੰਦੇ ਨਾ ਭਈ ਇਹ ਗੱਲ ਨਹੀਂ, ਚੁੱਪ ਕਰਕੇ ਨਹੀਂ ਫਿਰ ਜਾਣਾ, ਦੱਸ ਕੇ ਜਾਵਾਂਗੇ। ਤਾੜੀ ਮਾਰ ਕੇ ਸਤਿਗੁਰਾਂ ਜੀ ਨੇ ਆਖਿਆ ਸੀ, ਪੀਰ ਹਿੰਦ ਮੇ ਰਵੱਦ, ਪੀਰ ਹਿੰਦ ਮੇ ਰਵੱਦ। ਸੱਚੇ ਪਾਤਸ਼ਾਹ ਜੀ ਨੇ ਕਿਹਾ ਜੇ ਕੋਈ ਭਾਈ ਕਿਸੇ ਵਿੱਚ ਜ਼ੋਰ ਆ ਤੇ ਆਓ ਰੋਕ ਲਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੋਂ ਮਸ਼ਾਲਚੀ ਜਿਹੜੇ ਸੀ ਨਾ ਉਹ ਰਾਹ ਵਿਖਾਉਣ ਲੱਗੇ। ਮਹਾਰਾਜ ਨੇ ਇੱਕ ਇੱਕ ਤੀਰ ਮਾਰ ਕੇ ਸਾਰੀਆਂ ਮਸ਼ਾਲਾਂ ਜਿਹੜੀਆਂ ਸੀ ਬੁਝਾ ਦਿੱਤੀਆਂ। ਖਵਾਜਾ ਮਰਦੂਦ ਦਾ ਜਿਹੜਾ ਮੁੱਖ ਪੜਾਅ ਪਿਆ ਹੋਇਆ ਸੀ, ਸਤਿਗੁਰੂ ਜੀ ਸਿੱਧੇ ਉਸ ਵੱਲ ਨੂੰ ਗਏ, ਉੱਥੋਂ ਵੀ ਤੰਬੂ ਵਿੱਚੋਂ ਭੱਜ ਕੇ ਉਸਨੇ ਆਪਣੀ ਜਾਨ ਬਚਾਈ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ ਰਣ ਤੱਤੇ ਵਿੱਚੋਂ ਨਿਕਲੇ ਹੈ, ਉਸ ਸਮੇਂ ਦਾ ਜ਼ਿਕਰ ਕਿਹਾ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਦਾ ਸਰੀਰ ਨਿਗਾਹ ਪਿਆ, ਜੋ ਆਪਾਂ ਅਰਦਾਸ ਵਿੱਚ ਕਹਿੰਦੇ ਹਾਂ, ਜਿਨ੍ਹਾਂ ਨੇ ਵੇਖ ਕੇ ਅੰਡਿਠ ਕੀਤਾ, ਉਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦੇ ਦਾ ਸਤਿਗੁਰਾਂ ਜੀ ਨੇ ਸਰੀਰ ਵੇਖ ਕੇ ਅੰਡਿਠ ਕਰ ਦਿੱਤਾ ਗਰੀਬ ਨਵਾਜ਼ ਜੀ ਨੇ। ਤੇ ਭਾਈ ਦਇਆ ਸਿੰਘ ਸਾਹਿਬ ਜੀ ਪਿੱਛੇ ਪਿੱਛੇ ਆਉਂਦੇ ਸੀ, ਆਪਣੇ ਕਮਰ ਕੱਸੇ ਨੂੰ ਲਾ ਕੇ ਜਦੋਂ ਸਾਹਿਬਜ਼ਾਦਾ ਜੀ ਦੇ ਸਰੀਰ ਦੇ ਉੱਪਰ ਜਿਹੜਾ ਸੀ ਖਫਣ ਪਾਉਣ ਲੱਗੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰੋਕ ਦਿੱਤਾ, ਭਾਈ ਦਇਆ ਸਿੰਘ ਸਾਹਿਬ ਇਹ ਕੀ ਕਰਦੇ ਹੋ? ਮਹਾਰਾਜ ਸਾਹਿਬਜ਼ਾਦੇ ਦਾ ਸਰੀਰ ਕੱਜਦਾ ਹਾਂ। ਗਰੀਬ ਨਵਾਜ਼ ਨੇ ਕਿਹਾ ਕੋਈ ਐਸਾ ਵਸਤਰ ਹੈ ਜਿਹੜਾ ਮੇਰੇ ਸਾਰੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਢੱਕ ਸਕੇ? ਨਹੀਂ ਮਹਾਰਾਜ, ਮੇਰੇ ਕੋਲ ਐਸਾ ਵਸਤਰ ਨਹੀਂ। ਸਤਿਗੁਰੂ ਜੀ ਨੇ ਕਿਹਾ ਕਿ ਮੇਰੇ ਜਾਨ ਤੋਂ ਪਿਆਰੇ ਸਿੰਘਾਂ ਦੇ ਸਰੀਰ ਜਿਵੇਂ ਪਏ ਰਹਿ ਸਕਦੇ ਆ, ਫਿਰ ਮੇਰੇ ਪੁੱਤਰ ਦੀ ਕੁਰਬਾਨੀ ਨੂੰ ਜਿਹੜਾ ਨਾ ਉਹ ਘਟਾ ਨਾ ਭਾਈ ਦਇਆ ਸਿੰਘ, ਚੱਕ ਲੈ ਆਪਣਾ ਵਸਤਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੌਮ ਦੇ ਸ਼ਹੀਦ ਜਿਹੜੇ ਉਹ ਖਫਣਾਂ ਨਾਲ ਨਹੀਂ ਸਤਕਾਰੇ ਜਾਂਦੇ, ਉਹ ਤਾਂ ਸਦਾ ਲਈ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਹੀ ਮਾਣ ਪ੍ਰਾਪਤ ਕਰਦੇ ਹੈ। ਕੌਮ ਵਾਸਤੇ ਕੁਰਬਾਨੀ ਹੀ ਉਹਨਾਂ ਦਾ ਸਭ ਤੋਂ ਵੱਡਾ ਇਹ ਸਰੋਪਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਵਾਕ ਕਹੇ ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬਰਾਗ ਦੀ ਅਵਸਥਾ ਵਿੱਚ ਉਹ ਵਸਤਰ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੁਤਾਬਕ ਫਿਰ ਉਠਾ ਲਿਆ। ਮਹਾਰਾਜ ਜੀ ਦੇ ਪਿੱਛੇ ਪਿੱਛੇ ਹੋ ਤੁਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤੁਰੇ ਸੀਗੇ, ਉਦੋਂ ਹੀ ਮਹਾਰਾਜ ਨੇ ਸਿੰਘਾਂ ਨੂੰ ਆਗਿਆ ਕੀਤੀ ਸੀ ਆਕਾਸ਼ ਦੇ ਵਿੱਚ ਜਿਹੜਾ ਧਰੂ ਤਾਰਾ ਹੈ ਉਹ ਦਿਖਾ ਕੇ ਮਹਾਰਾਜ ਨੇ ਕਿਹਾ ਜੇ ਇਸ ਰਾਤ ਦੇ ਹਨੇਰੇ ਵਿੱਚ ਸਾਡੇ ਤੋਂ ਨਿਖੜ ਜਾਓ ਤੇ ਫਿਰ ਇਸ ਤਾਰੇ ਦੀ ਸੇਧ ਵਿੱਚ ਮਹਾਰਾਜ ਕਹਿੰਦੇ ਨੇ ਅਸੀਂ ਰਹਾਂਗੇ। ਤੇ ਤਾਰੇ ਦੀ ਸੇਧ ਵਿੱਚ, ਕਿਉਂਕਿ ਇਹ ਤਾਰਾ ਦਿਨ ਚੜ੍ਹਨ ਤੋਂ ਵੀ ਦਿਸਦਾ ਰਹਿੰਦਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਇਸ ਤਾਰੇ ਦੀ ਸੇਧ ਨਾਲ ਤੁਰੇ ਆਇਓ, ਅਸੀਂ ਤੁਹਾਨੂੰ ਮਿਲ ਪਵਾਂਗੇ। ਇਹ ਸਤਿਗੁਰਾਂ ਜੀ ਨੇ ਭੇਦ ਦੱਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ
ਜਿਵੇਂ ਫਿਰ ਝਾੜ ਸਾਹਿਬ ਹੁੰਦੇ ਹੋਏ ਮਹਾਰਾਜ ਮਾਛੀਵਾੜੇ ਆਉਂਦੇ ਆ, ਇੱਥੋਂ ਦਾ ਥੋੜ੍ਹਾ ਜਿਹਾ ਇਤਿਹਾਸ ਕਹਿ ਕੇ ਫਿਰ ਆਪਾਂ ਕੱਲ੍ਹ ਤੋਂ ਜਿਹੜਾ ਹੈ ਸਰਹੰਦ ਦਾ ਇਤਿਹਾਸ, ਫਤਿਹਗੜ੍ਹ ਸਾਹਿਬ ਦਾ ਇਤਿਹਾਸ ਜੋ ਹੈ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹ ਕੱਲ੍ਹ ਨੂੰ ਆਪਾਂ ਪ੍ਰਸੰਗ ਆਰੰਭ ਕਰਾਂਗੇ। ਅਤੇ ਜਿੰਨੇ ਦਿਨ ਹੁਣ ਸ਼ਹੀਦੀ ਦਿਹਾੜੇ ਹਨ ਫਿਰ ਉਹ ਹੀ ਜਿਹੜਾ ਸਰਹੰਦ ਦਾ ਸ਼ਹੀਦੀ ਸਾਕਾ ਚੱਲੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਕਰਿਓ ਬੁਲੋਕਨ ਜਿਤ ਕਿਤ ਲਸ਼ਕਰ, ਫੈਲ ਪਰਿਓ ਜਨ ਪਾਰਾਵਾਰ। ਤੁਖਤ ਪਲੀਤੇ ਬੜਵਾ ਲਾਟਨ, ਬਾਜੀ ਨਕਰ ਕੇ ਨੇਜੇ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰੂ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।